तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। 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 तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। तेरे दरबार दी महिमा हर दम मैं गाई जामा। ऊंच अपार बेअंत सभामी कौन जाने गुण तेरे। गावते उदरै सुनते उदरै बिन से पाप कनेरे। पशु परेत मुग्ध को तारे पाहन पारे उतारे। नानक दास तेरी सरनाई सदा सदा बलिहारे। दाता पत्थरां नूं तारन वालिया वाहिगुरु साडे उत्ते मेहर करी। पत्थरां नूं तारन वालिया साडे उत्ते मेहर करी। दाता पत्थरां नूं तारन वालिया साडे उत्ते मेहर करी। दाता पत्थरां नूं तारन
ਜੀ ਸਾਡੇ ਉੱਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉੱਤੇ ਮਿਹਰ ਕਰੀ। ਸਾਡੇ ਉੱਤੇ ਜੀ ਦਾਤਾ ਮਿਹਰ ਕਰੀ। ਸਾਡੇ ਉੱਤੇ ਜੀ ਸਾਹਿਬਾ ਮਿਹਰ ਕਰੀ। ਉਹ ਸਾਡੇ ਉੱਤੇ ਜੀ ਦਾਤਾ ਮਿਹਰ ਕਰੀ। ਉਹ ਸਾਡੇ ਉੱਤੇ ਜੀ ਦਾਤਾ ਮਿਹਰ ਕਰੀ। ਸਾਡੇ ਉੱਤੇ ਜੀ ਦਾਤਾ ਮਿਹਰ ਕਰੀ। ਹੋ ਸਾਡੇ ਉੱਤੇ ਜੀ ਮਿਹਰ ਕਰੀ। ਸਾਡੇ ਉੱਤੇ ਜੀ ਸਾਈਆਂ ਮਿਹਰ ਕਰੀ। ਸਾਡੇ ਉੱਤੇ ਜੀ ਸਾਹਿਬਾ ਮਿਹਰ ਕਰੀ। ਸਾਡੇ ਉੱਤੇ ਜੀ ਮਿਹਰ ਕਰੀ। ਹੋ ਸਾਡੇ ਉੱਤੇ ਜੀ ਦਾਤਾ ਮਿਹਰ ਕਰੀ। ਉਹ ਸਾਡੇ ਉੱਤੇ ਜੀ ਦਾਤਾ ਮਿਹਰ ਕਰੀ। ਉਹ ਸਾਡੇ ਉੱਤੇ ਜੀ ਦਾਤਾ ਮਿਹਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉੱਤੇ ਮਿਹਰ ਕਰੀ। ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉੱਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉੱਤੇ ਮਿਹਰ ਕਰੀ। ਦਾਤਾ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਉੱਤੇ ਮਿਹਰ ਕਰੀ। ਉੱਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਗਾਵਤੇ ਉਜਰੇ ਸੁਣ ਕੇ ਉਜਰੇ ਬਿਨ ਸੇ ਪਾਪ ਕਨੇਰੇ। ਪਸ਼ੂ ਪ੍ਰੇਤ ਮੁਗਤ ਕੋ ਤਾਰੇ ਪਾਹਨ ਪਾਰੇ ਉਤਾਰੇ। ਨਾਨਕ ਦਾਸ ਤੇਰੀ ਸ਼ਰਣਾਈ ਸਦਾ ਸਦਾ ਬਨਿਹਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ। ਸੰਤ ਮੰਡਲ, ਮੰਗਲਮਈ ਮੂਰਤੀ, ਮਾਤਾ ਆਬੂ ਦੇਵੀਓ, ਪ੍ਰੇਮੀ ਸੱਜਣੋ, ਆਪ ਸਭ ਸੰਗਤਾਂ ਬੜੇ ਹੀ ਉੱਤਮ ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਜੋ ਕਿ 3 ਦਿਨਾਂ ਤੋਂ ਲੈ ਕੇ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਅਲਾਹੀ ਬਾਣੀ ਦਾ ਆਨੰਦ ਮਾਣ ਰਹੇ ਹੋ। ਆਦ ਤੋਂ ਮੱਧ, ਮੱਧ ਤੋਂ ਅੰਤ ਸਤਿਗੁਰਾਂ ਦੀ ਬਾਣੀ ਨੂੰ ਭੋਗ ਲੱਗੇ ਨੇ। ਗੁਰਮੁਖ ਪਿਆਰਿਆਂ ਨੇ, ਸਤਿਗੁਰ ਦੇ ਹੰਸਾਂ ਨੇ, ਹਕਲਾ ਪਰਿਵਾਰ ਨੇ ਉਪਰਾਲਾ ਕਰੀਏ। ਬਾਬਾ ਗੁਰਦਿੱਤਾ ਜੀ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਬਾਬਾ ਗੁਰਦਿੱਤਾ ਜੀ ਦੇ ਸੰਬੰਧ ਦੇ ਵਿੱਚ 3 ਦਿਨਾਂ ਤੋਂ ਸਤਿਗੁਰਾਂ ਦੀ ਬਾਣੀ ਦਾ ਆਨੰਦ ਮਾਣੀਏ। ਜਿੱਥੇ ਸਤਿਗੁਰਾਂ ਦੀ ਬਾਣੀ ਦਾ ਆਨੰਦ ਮਾਣੀਏ, ਉੱਥੇ ਨਾਲ ਦੀ ਨਾਲ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਨਾਲ ਦੀ ਨਾਲ ਆਪ ਸਭ ਸੰਗਤਾਂ ਹਰੀ ਜਸ ਦਾ ਆਨੰਦ ਮਾਣ ਰਹੇ ਹੋ। ਦਾਸ ਤੋਂ ਪਹਿਲਾਂ ਜਥੇ ਦੇ ਸਿੰਘਾਂ ਦੇ ਕੋਲੋਂ, ਸੇਵਕਾਂ ਕੋਲੋਂ ਆਪ ਸਭ ਸੰਗਤਾਂ ਸਰਵਣ ਕਰ ਰਹੇ ਸੀ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਕਿਉਂ ਪਰਮੇਸ਼ਰ ਹੈ ਜਿਹੜਾ ਉਹ ਸਾਰਿਆਂ ਨੂੰ ਉੱਚਾ ਹੈ, ਉਹਦੇ ਗੁਣਾਂ ਨੂੰ ਗਾਇਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। ਕੋਈ ਬਿਰਲਾ
ਊਚ ਅਪਾਰ ਬੇਅੰਤ, ਤੂੰ ਬੇਅੰਤ ਹੈ। ਤੇਰੀ ਲੀਲਾ ਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ। ਜੋ ਵੀ ਜਿਵੇਂ ਮਿਸਰੀ ਦੀ ਡਲੀ, ਭਾਵੇਂ ਨੂਣ ਦੀ ਡਲੀ ਹੋਵੇ, ਜਦੋਂ ਸਮੁੰਦਰ ਦੇ ਵਿੱਚ ਜਾਂਦੀ ਹੈ ਨਾ, ਉਹ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਉਹਦੇ ਵਿੱਚ ਹੀ ਵਿਲੀਨ ਹੋ ਜਾਂਦੀ ਹੈ। ਇਸੇ ਤਰ੍ਹਾਂ ਉਹ ਜਿਹੜਾ ਪ੍ਰਮਾਤਮਾ ਹੈ, ਜਿਹਨੂੰ ਆਪਾਂ ਅਕਾਲ ਪੁਰਖ ਕਹਿ ਦਿੰਨੇ ਆ, ਸਤ ਸਾਹਿਬ ਕਹਿ ਦਿੰਨੇ ਆ, ਸਤਨਾਮ ਕਹਿ ਦਿੰਨੇ ਆ, ਸਤ ਕਰਤਾਰ ਕਹਿ ਦਿੰਨੇ ਆ, ਉਹਨੂੰ ਵਾਹਿਗੁਰੂ ਵੀ ਕਹਿੰਦੇ ਆ, ਅੱਲਾ ਵੀ ਕਹਿੰਦੇ ਆ, ਖੁਦਾ ਵੀ ਕਹਿੰਦੇ ਆ, ਕਿੰਨੇ ਹੀ ਨਾਂ ਨੇ। ਉਹ ਬੇਅੰਤ ਹੈ। ਜਿਸ ਤਰ੍ਹਾਂ ਇੱਕ ਮਿਸਰੀ ਦੀ ਡਲੀ ਜਾਂ ਸਮੁੰਦਰ ਦੇ ਵਿੱਚ ਨੂਣ ਦੀ ਡਲੀ ਸਮੁੰਦਰ ਦਾ ਅੰਤ ਨਹੀਂ ਪਾ ਸਕਦੀ, ਉਹਦੇ ਵਿੱਚ ਲੀਨ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜਾ ਪ੍ਰਭੂ ਦਾ ਅੰਤ ਪਾਉਣ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ, ਗਾਵਤ ਉਦਰੈ। ਜਿਨ੍ਹਾਂ ਨੇ ਉਹ ਪ੍ਰਮਾਤਮਾ ਦਾ ਗੁਣ ਗਾਇਆ, ਉਹਨਾਂ ਦਾ ਆਧਾਰ ਹੋ ਗਿਆ। ਗਾਵਤ ਉਦਰੈ, ਸੁਣਤੇ ਉਦਰੈ। ਕਹਿੰਦੇ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਜਸ ਸੁਣਿਆ, ਜਿਵੇਂ ਆਪਾਂ ਬਾਣੀ ਸੁਣਦੇ ਆ, ਉਸ ਪ੍ਰਮਾਤਮਾ ਦੀ ਉਪਮਾ ਸੁਣਦੇ ਆ, ਉਹ ਪ੍ਰਮਾਤਮਾ ਦੇ ਗੁਣਾਂ ਨੂੰ ਸੁਣਦੇ ਆ, ਉਹਦੀ ਮਹਿਮਾ ਨੂੰ ਸੁਣਦੇ ਆ। ਗਾਵਤੇ ਉਦਰੈ, ਸੁਣਤੇ ਉਦਰੈ, ਬਿਨਸੇ ਪਾਪ ਕਨੇਰੇ। ਕਹਿੰਦੇ ਜਦੋਂ ਉਹਦੇ ਗੁਣ ਸੁਣਦੇ ਆ, ਉਹਦੇ ਗੁਣ ਗਾਉਣੇ ਐ, ਕਹਿੰਦੇ ਜਿਹੜੇ ਪਾਪ ਨੇ ਉਹਨਾਂ ਦਾ ਨਾਸ ਹੋ ਜਾਂਦਾ ਹੈ। ਕਿੱਡਾ ਹੀ ਪਾਪੀ ਹੋਵੇ, ਕਿਉਂਕਿ ਜੀਵ ਦੇ ਸਿਰ ਤੇ ਪਾਪਾਂ ਦੀ ਪੰਡ ਪਈ ਹੈ। ਪਰ ਜਦੋਂ ਗੁਰੂ ਦੀ ਮਹਿਮਾ ਗਾਉਂਦਾ ਤੇ ਸੁਣਦਾ, ਪਰ ਹੁਣ ਕਲੀ ਕਾਲ ਦਾ ਸਮੇਂ, ਜੀਵ ਦੇ ਕੋਲ ਸਮਾਂ ਹੀ ਹੈ ਨਹੀਂ। ਕੋਈ ਵਿਰਲੇ ਨੇ, ਕੋਈ ਪ੍ਰੇਮੀ ਜਨ ਨੇ, ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਚੇਟਕ ਲੱਗੀ ਹੋਈ ਹੈ। ਉਹ ਸੋਚਦੇ ਨੇ ਕਿਤੇ ਵੀ ਕੋਈ ਪ੍ਰਭੂ ਦੇ ਗੁਣ ਗਾਉਂਦਾ, ਜਾ ਕੇ ਸੁਣੀਏ। ਕਿਤੇ ਸਤਸੰਗ ਹੁੰਦਾ, ਉਹ ਇਹ ਨਹੀਂ ਦੇਖਦੇ ਵੀ ਕਿਹੜੇ ਮਜ਼ਹਬ ਦੇ ਵਿੱਚੋਂ ਆਇਆ ਸਤਸੰਗ ਕਰਨ ਵਾਲਾ, ਕਿਹੜੀ ਜਾਤੀ ਦਾ, ਉਹ ਨਹੀਂ ਦੇਖਦੇ। ਕਿਹੜੇ ਧਰਮ ਦੇ ਵਿੱਚੋਂ ਹੈ, ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ। ਜਿਨ੍ਹਾਂ ਨੂੰ ਉਹਦੇ ਗੁਣ ਸੁਣਨ ਦੀ ਚੇਟਕ ਲੱਗ ਗਈ, ਉਹਦੇ ਗੁਣ ਗਾਉਣ ਦੀ ਚੇਟਕ ਲੱਗ ਗਈ, ਉਹ ਜਿੱਥੇ ਵੀ ਉਹਦਾ ਗੁਣ ਗਾਇਨ ਹੁੰਦਾ ਭੱਜ ਕੇ ਚਲੇ ਜਾਂਦੇ ਨੇ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਉਹ ਉੱਥੇ ਭੱਜ ਕੇ ਚਲੇ ਜਾਂਦੇ ਨੇ। ਤੇ ਜਿਨ੍ਹਾਂ ਨੂੰ ਸੁਣਨ ਦੀ ਚੇਟਕ ਲੱਗ ਗਈ, ਕਿਤੇ ਵੀ ਕੋਈ ਰੱਬ ਦਾ ਪਿਆਰਾ, ਕੋਈ ਸਾਧੂ ਜਨ, ਕੋਈ ਉਹ ਪ੍ਰਮਾਤਮਾ ਦਾ ਬਖਸ਼ਿਆ ਹੋਇਆ ਗੁਣ ਗਾ ਰਿਹਾ ਹੈ, ਉਹ ਜਾ ਕੇ ਇੱਕ ਇੱਕ ਬਚਨ ਸੁਣਦੇ ਨੇ, ਉਹ ਪ੍ਰਮਾਤਮਾ ਦੇ ਗੁਣ ਸੁਣਦੇ ਨੇ, ਉਹ ਪ੍ਰਮਾਤਮਾ ਦੀ ਲੀਲਾ ਬਾਰੇ ਸੁਣਦੇ ਨੇ, ਉਹ ਪ੍ਰਮਾਤਮਾ ਦੀ ਉਪਮਾ ਸੁਣਦੇ ਨੇ। ਗਾਵਤੇ ਉਦਰੈ, ਸੁਣਤੇ ਉਦਰੇ, ਉਹ ਪਰਮੇਸ਼ਰ ਦਾ ਨਾਮ ਸੁਣਦੇ ਨੇ। ਉਹ ਗਾਉਂਦੇ 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 ਇੱਕ ਦਿਨ ਬਿਰਤੀ ਇਹੋ ਜੀ ਹੋ ਜਾਂਦੀ ਹੈ, ਸੁਣਨਾ ਹੀ ਲੱਗ ਜਾਂਦਾ ਸਭ ਕੁਝ। ਬਿਨਸੇ ਪਾਪ ਕਨੇਰੇ, ਪਾਪਾਂ ਦਾ ਨਾਸ ਹੋ ਜਾਂਦਾ ਹੈ। ਕਿੰਨੇ ਹੀ ਪਾਪ ਹੋਣ, ਤਾਂ ਹੀ ਤਾਂ ਮਹਾਂਪੁਰਖ ਕਹਿੰਦੇ ਭਾਈ, ਕਹਿੰਦੇ ਜਿੰਨਾ ਮਰਜੀ ਕੋਈ ਪਾਪੀ ਹੋਵੇ, ਪਾਪੇ ਉੱਡਣਗੇ ਬਰੋਲੇ ਬਣ ਕੇ। ਵਾਹਿਗੁਰੂ ਹਰੀ ਨਾਮ ਜਪ ਬੰਦਿਆ, ਹਰੀ ਨਾਮ ਜਪ ਬੰਦਿਆ, ਪਾਪ ਉਡਣਗੇ ਬਰੋਲੇ ਬਣ ਕੇ। ਹਰੀ ਨਾਮ ਜਪ ਬੰਦਿਆ, ਪਿਆਰੇ ਜੀ ਹਰੀ ਨਾਮ ਜਪ ਬੰਦਿਆ, ਪਿਆਰੇ ਜੀ ਹਰੀ ਨਾਮ ਜਪ ਬੰਦਿਆ।
ਹਰੀ ਸਾਰੇ ਨਾਮ ਬੋਲੋ। ਨਾਮ ਜਪ ਬੰਦਿਆ ਪਾਪ ਉੱਡਣਗੇ ਬਰੋਲੇ ਬਣ ਕੇ, 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 ਉੱਡਣੇ ਬਰੋਲੇ ਬਣ ਕੇ, ਪਾਪ ਉੱਡਣਗੇ ਬਰੋਲੇ ਬਣ ਕੇ, ਉੱਡਣਗੇ ਬਰੋਲੇ ਬਣ ਕੇ, ਹਰੀ ਨਾਮ ਜਪ ਬੰਦਿਆ, ਉੱਡਣਗੇ ਬਰੋਲੇ ਬਣ ਕੇ, ਹਰੀ ਨਾਮ ਜਪ ਬੰਦਿਆ, ਪਾਪ ਉੱਡਣਗੇ ਬਰੋਲੇ ਬਣ ਕੇ, ਹਰੀ ਨਾਮ ਜਪ ਬੰਦਿਆ, ਪਾਪ ਉੱਡਣਗੇ ਬਰੋਲੇ ਬਣ ਕੇ, ਹਰੀ ਨਾਮ ਜਪ ਬੰਦਿਆ, ਬਣ ਕੇ ਹਰੀ ਨਾਮ ਜਪ ਬੰਦਿਆ, ਪਾਪ ਉੱਡਣਗੇ ਬਰੋਲੇ ਬਣ ਕੇ, ਹਰੀ ਨਾਮ ਜਪ ਬੰਦਿਆ। ਕਿਉਂਕਿ ਜੀਵ ਦੇ ਸਿਰ ਦੇ ਉੱਪਰ ਬਹੁਤ ਪਾਪ ਨੇ, ਪਰ ਜਦੋਂ ਇਹ ਹਰੀ ਜਸ ਸੁਣਦਾ ਹੈ, ਹਰੀ ਜਸ ਗਾਉਂਦਾ ਹੈ, ਬਿਨ ਸੇ ਪਾਪ ਘਨੇਰੇ, ਇਹਦੇ ਪਾਪਾਂ ਦਾ ਅੰਤ ਹੋ ਜਾਂਦਾ ਹੈ। ਇੱਥੇ ਤੱਕ ਨਹੀਂ, ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ। ਕਹਿੰਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਐਡੀ ਤਾਕਤ ਹੈ, ਕਹਿੰਦੇ ਪਸ਼ੂਆਂ ਦਾ ਵੀ ਆਧਾਰ ਹੋ ਗਿਆ, ਪਸ਼ੂਆਂ ਦਾ, ਪ੍ਰੇਤਾਂ ਦਾ ਆਧਾਰ ਹੋ ਗਿਆ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਉਹਨਾਂ ਦੀ ਵੀ ਮੁਕਤੀ ਕਰਤੀ। ਕਿਨੇ? ਪ੍ਰਭੂ ਦੇ ਨਾਮ ਨੇ। ਪਾਹਣ ਪਾਰ ਉਤਾਰੇ, ਕਹਿੰਦੇ ਪੱਥਰ ਵੀ ਤਰ ਗਏ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਿਆ ਕਰੋ ਕੁਸ ਮਿਹਰ ਅਪਾਵੋ ਡੁੱਬਦੇ ਪੱਥਰ ਤਾਰੇ। ਕਹਿੰਦੇ ਡੁੱਬਦੇ ਪੱਥਰ ਵੀ ਤਰ ਗਏ ਪਿਆਰਿਓ, ਕਾਹਦੇ ਨਾਲ? ਪਰਮੇਸ਼ਰ ਦੇ ਨਾਮ ਦੇ ਨਾਲ। ਇਹ ਗੁਰਬਾਣੀ ਇਸ ਗੱਲ ਦੀ ਗਵਾਹ। ਗੁਰਬਾਣੀ ਆਪਾਂ ਨੂੰ ਦੱਸ ਰਹੀ ਹੈ, ਆਪਾਂ ਦੇਖਦੇ ਆ ਨਾ, ਜਦੋਂ ਪੁਲ ਬੰਨਿਆ ਗਿਆ ਲੰਕਾ ਦਾ, ਤੇ ਪ੍ਰਭੂ ਦਾ ਨਾਮ ਲਿਖ ਕੇ ਉਹ ਪੱਥਰ ਉਹਦੇ ਉੱਤੇ ਟਿਕਾਏ ਗਏ। ਨਲ ਤੇ ਨੀਲ ਟਿਕਾਉਂਦੇ ਸੀ, ਤੇ ਉਹ ਪੱਥਰ ਨੇ ਜਿਹੜੇ ਪ੍ਰਭੂ ਦਾ ਨਾਮ ਲਿਖਣ ਦੇ ਨਾਲ ਉਹ ਪਾਣੀ ਦੇ ਵਿੱਚ ਡੁੱਬਦੇ ਨਹੀਂ ਸੀ। ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨਾਈ। हे ਪ੍ਰਭੂ, ਮੈਂ ਤੇਰੀ ਸਰਣ ਦੇ ਵਿੱਚ ਐ ਸਦਾ ਸਦਾ, ਬਲਿਹਾਰੇ ਮੈਂ ਬਲਿਹਾਰ ਜਾਨਾ ਤੇਰੀ ਲੀਲਾ ਦੇ ਉੱਤੋਂ। ਕਿਉਂਕਿ ਜਿਹੜਾ ਸਤਿਗੁਰ ਦੀ ਮਹਿਮਾ ਸੁਣਦਾ ਹੈ, ਸਤਿਗੁਰ ਦੀ ਮਹਿਮਾ ਗਾਉਂਦਾ ਹੈ, ਰੱਬ ਦੇ ਰੰਗੇ ਹੋਏ ਸਾਧੂਆਂ ਦੀ ਸੰਗਤ ਕਰਦਾ ਹੈ, ਉਹਨੂੰ ਗਿਆਨ ਹੋ ਜਾਂਦਾ ਹੈ, ਉਹਦਾ ਜੀਵਨ ਸਫਲ ਹੋ ਜਾਂਦਾ ਹੈ, ਉਹਦੇ ਜੀਵਨ ਦਾ ਆਧਾਰ ਹੋ ਜਾਂਦਾ ਹੈ। ਨਹੀਂ ਤਾਂ ਇਹ ਜੀਵ 84 ਦੇ ਵਿੱਚ ਭਟਕਦਾ ਰਹਿੰਦਾ ਹੈ, ਕਿਉਂਕਿ ਇਹਦਾ ਜਿਹੜਾ ਮਨ ਹੈ ਬੜਾ ਚੰਚਲ ਹੈ, ਇਹ 84 ਦੇ ਵੱਲ ਨੂੰ ਜਾ ਰਿਹਾ ਹੈ। ਪਰ ਜਿਹੜਾ ਗੁਰੂ ਹੈ ਇਹ 84 ਦੇ ਵਿੱਚੋਂ ਜੀਵ ਨੂੰ ਕੱਢਦਾ ਹੈ। ਗੁਰੂ ਜੀਵ ਨੂੰ ਸੋਝੀ ਦਿੰਦਾ ਹੈ। ਜਿੰਨੇ ਵੀ ਮਹਾਤਮਾ ਨੇ ਅੱਜ ਤੱਕ, ਜਿੰਨੇ ਵੀ ਪੀਰ ਪੈਗੰਬਰ ਗੁਰੂ ਔਲੀਏ ਸੰਸਾਰ ਦੇ ਉੱਪਰ ਆਏ ਨੇ ਨਾ, ਉਹਨਾਂ ਨੂੰ ਪਰਮੇਸ਼ਰ ਨੇ ਆਪ ਭੇਜਿਆ ਕਿ ਜਿਹੜਾ ਜੀਵ ਮਨ ਦੇ ਆਖੇ ਲੱਗ ਕੇ ਗਰਕ ਹੁੰਦਾ ਜਾਂਦਾ ਹੈ, ਕਿਉਂਕਿ ਮਨ ਹੀ ਹੈ ਸਭ ਕੁਝ, ਮਨ ਦੇ ਆਖੇ ਲੱਗ ਕੇ ਗਰਕ ਹੁੰਦਾ ਜਾਂਦਾ ਹੈ, ਉਹਨੂੰ ਗਰਕ ਨਹੀਂ ਹੋਣ ਦੇਣਾ ਹੈ, ਉਹਨੂੰ ਰਸਤਾ ਦਿਖਾ ਕੇ ਉਹਦਾ ਜੀਵਨ ਸਫਲ ਕਰਨਾ ਹੈ। ਅੱਜ ਆਪਾਂ ਬਾਣੀ ਪੜ੍ਹੀ ਹੈ, ਕਿੰਨੇ ਗੁਰੂਆਂ ਦੀ, ਕਿੰਨੇ ਭੱਟਾਂ ਦੀ, ਕਿੰਨੇ ਭਗਤਾਂ ਦੀ, ਕਿੰਨੇ ਸੰਤਾਂ ਦੀ ਬਾਣੀ ਪੜ੍ਹੀ ਹੈ। ਇਹ ਜਿੰਨੇ ਵੀ ਗੁਰੂ ਪੀਰ ਪੈਗੰਬਰ ਔਲੀਏ ਹੋਏ ਨੇ, ਇਹ ਸਾਰੇ ਸਾਨੂੰ ਉਪਦੇਸ਼ ਦੇਣ ਵਾਸਤੇ ਆਏ। ਭਾਈ ਤੇਰਾ ਰਸਤਾ ਆ, ਦੇਖੀ ਕਿਤੇ ਮਾੜੇ ਰਸਤੇ ਨੂੰ ਨਾ ਚੱਲ ਪਈ, ਕਿਤੇ ਤੇਰਾ ਜੀਵਨ ਬਰਬਾਦ ਹੋ ਜਾਵੇ। ਪਰ ਜਿਹੜਾ ਅੱਜ ਦਾ ਕਲਯੁਗ ਦਾ, ਕਲੀ ਕਾਲ ਦਾ ਸਮਾਂ ਚੱਲ ਰਿਹਾ ਹੈ ਨਾ,
गुरु तां सानू हुक्म कर गए, गुरु सानू उपदेश दे गए, गुरु तां घर घर जाके जंगम तीर्थ बन के सोडे इलाकिਆਂ ਦੇ ਵਿੱਚ भी साधु महात्मा किन्ने आउंदे ने। पहिलां तो महाराज भूरी वाले विचरे, महाराज लाल दास जी विचरे, महाराज गंगानंद जी ने तां नाम ਦੀਆਂ ਹੀ ਝੜੀਆਂ ਲਾਈਆਂ। जंगम तीर्थ बन के जिन्हां दा अज सारे संसार दे विच 100 साला मनाया जाना है ते मनाउणा शुरू हो गया। ते प्यारिओ उन्हां ने जंगम तीर्थ बन के घर घर जाके पापियां नूं तारिया, एक नहीं अनेकां नूं, एक नूं नहीं, कहंदे इन्नियां नूं तारिया गिणती नहीं करी जा सकदी। सोडे विचों जिन्नियां ने महाराज दी संगत करी है तकरीबन सारियां दे नाल कोई ना कोई परचा होया है। उन्हां दी लीला वरती हुई है, पता नहीं किन्ने आक नूं। इसे तरह जिन्ने भी पीर पैगंबर औलीए होए उन्हां ने इस संसार दे उपर कोई ना कोई लीला वरताई ते किसे नूं ज्ञान उपदेश दे के समझाया। क्योंकि साधु लोक गुरु लोक आ जिहड़ी आपां सतगुरां दी बाणी पढ़दे हैं, भावें गुरु ग्रंथ साहिब महाराज की बाणी पढ़ते हैं, गरीबदास महाराज जी की बाणी पढ़ते हैं, भागवत रामायण बाइबल जिन्ने भी ग्रंथ ने, आपां जदों ये पढ़ते हैं वो जो गुरुआं दा सत उपदेश सी वो है जिहड़ा इहनूं सुन के मन लैंदा है उहदा जीवन सफल हो जाता है। फिर भावें कोई पापी सुन गावते उधरे सुनते उधरे जिहड़ा सुन लैंदा है उहदा आधार हो जाता है। अज बाबा गुरदित्ता जी जिन्हां नूं बड़ा वड्डा खिताब मिले है, गुरुआं दे पुत्तर सी। जदों श्री चंद्र भगवान जी दे चरनां दे विच गए ना गुरु, जाके जदों श्री चंद्र भगवान जी ने कहा भी किन्ने पुत्तर ने, कहंदे 4 पुत्तर ने, एक पुत्तरी है, एक पुत्तर चढ़ाई कर गया। कहन लगे फिर गुरु बाबे दा कौन है? कहन लगे जी आ बाबा गुरदित्ता। ते जिहड़े बाबा गुरदित्ता जी सी उन्हां दी हूबहू शकल गुरु नानक पातशाह दे नाल मिलदी सी। ते श्री चंद्र महाराज जी ने उदों ही बख्शिश करती, कहंदे लो इन्हां दी झोली दे विच असीं वर पाउणे है, असीं 110 साल दी भगती इन्हां नूं दिन्ने आ। बाबा गुरदित्ता दीन दुनी दा टिक्का, जो वर मंगिया सो वर दिता। जो भी ये तो आके जो भी इहदी शरण दे विच आऊगा, जो भी वर मंगूगा वो इहदा वर है जिहड़ा हर एक बंदे नूं प्राप्त होऊगा। ये गुरुआं पीरां दी किरपा है। कादी किरपा है? ये कमाई दी बंदगी दी किरपा है। फिर गुरु नानक पातशाह ज्ञान दे के संसार नूं समझाया। जिथे शक्ति दी लोड़ पई उत्थे शक्ति भी वरती। बड़े बड़े पापी जिवें ना पढ़ते हैं गुरबाणी दे विच, क्योंकि ज्ञान बहुत वड्डी चीज़ है। जे कोई सरदा दे नाल भावें डर दे नाल भी सुन लवे ना, उहदे जीवन का आधार हो जाता है। गुरु नानक पातशाह जगत जलंदे नूं तार रहे ने, जगह जगह जंगम तीर्थ बन के जिवें सतपुरख तारते ने, जगह जगह जाते ने। किते सज्जन ठग का आधार करते ने, कदे कौडे राखस का आधार करते ने, किते कोई लीला हुंदी है, किते कोई लीला हुंदी है, किते ज्ञान दे नाल समझाउंदे ने, कदे किसे तो बचन लैंदे ने, किसे नूं बचनां दे नाल समझाउंदे ने। कहंदे एक नगर दे बाहर ना जिथे भी जाना, तुहाडे तां बीआबान जंगल अज भी है, ते जिथे भी जाना बीआबान जंगल दे विच डेरा ला लेना, जिथे भी जाना। ते प्यारे एक नगर तो बाहर डेरा लाया है। ते जदों डेरा लाया है ना, नाल मरदाना मरदाने नूं कहन लगे मरदानियां रबाब चक, क्योंकि गुरु नानक पातशाह दे नाल भाई बाला ते मरदाना दो रहिंदे सी। जिहड़ा मरदाना सी वो मुसलमान सी ते नाल बाला सी। ते अज दा तां समा कुछ होर है, समा किंतु परंतु दा समय। अज तां किसे ते भी किंतु परंतु कर लो। ते प्यारिओ नाल मरदाना मरदाने नूं कहन लगे मरदानिया रबाब चक। मरदाने ने रबाब चक्की,
ਰਬਾਬ ਵਜਾ ਅੰਮ੍ਰਿਤ ਵੇਲਾ ਤੇ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਰਬਾਬ ਚੱਕ। ਰਬਾਬ ਚੱਕੀ ਤੇ ਵਜਾਉਣੀ ਸ਼ੁਰੂ ਕਰੀ ਤੇ ਗੁਰੂ ਨਾਨਕ ਪਾਤਸ਼ਾਹ ਕੀ ਕਹਿੰਦੇ ਨੇ, ਬੋਲ ਮਰਦਾਨਿਆਂ ਸਤ ਕਰਤਾ, ਬੋਲ ਮਰਦਾਨਿਆਂ ਸਤ ਕਰਤਾਰ, ਬੋਲ ਮਰਦਾਨਿਆਂ ਸਤ ਕਰਤਾਰ, ਬੋਲ ਮਰਦਾਨਿਆਂ ਸਤ ਕਰਤਾਰ, ਮਰਦਾਨਿਆਂ ਸਤ ਕਰਤਾਰ, ਬੋਲ 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 ਮਰਦਾਨਿਆਂ ਸਤ ਕਰਤਾਰ, ਸਤ ਕਰਤਾਰ ਜਪਨੇ ਸਤ ਕਰਤਾਰ, ਸਤ ਕਰਤਾਰ ਜਪਨੇ ਸਤ ਕਰਤਾਰ, ਸਤ ਕਰਤਾਰ ਪਿਆਰੇ ਸਤ ਕਰਤਾਰ, ਸਤ ਕਰਤਾਰ ਸਤ ਕਰਤਾਰ, ਸਤ ਕਰਤਾਰ ਜਪਨਾ ਸਤ ਕਰਤਾਰ, ਸਤ ਕਰਤਾਰ ਸਤ ਕਰਤਾਰ, ਬੋਲ ਮਰਦਾਨਿਆਂ 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 ਸਤ ਕਰਤਾਰ, ਪਿਆਰਿਓ ਮਰਦਾਨੇ ਨੇ ਰਬਾਬ ਚੱਕੀ। ਗੁਰੂ ਨਾਨਕ ਪਾਤਸ਼ਾਹ ਜੀ ਸਤ ਕਰਤਾਰ ਦਾ ਆਵਾਜ਼ਾ ਦਿੱਤਾ। ਜਿਵੇਂ ਆਪਾਂ ਸਤ ਸਾਹਿਬ ਕਹਿਣੇ ਆ, ਗੱਲ ਇੱਕ ਹੀ ਹੈ। ਭਾਵੇਂ ਸਤ ਨਾਮ ਕਹਿ ਲੋ, ਸਤ ਕਰਤਾਰ ਕਹਿ ਲੋ, ਸਤ ਸਾਹਿਬ ਕਹਿ ਲੋ, ਸਭ ਇੱਕ ਹੀ ਹੈ। ਸ਼ਬਦਾਂ ਦਾ ਹੇਰ ਫੇਰ ਹੈ। ਤੇ ਗੁਰੂ ਨਾਨਕ ਪਾਤਸ਼ਾਹ ਨੇ ਸਤ ਕਰਤਾਰ ਦੀ ਆਵਾਜ਼ ਦਿੱਤੀ। ਵਾਤਾਵਰਣ ਸਾਫ਼ ਸੀ, ਅੰਮ੍ਰਿਤ ਵੇਲਾ ਸੀ, ਟ੍ਰੈਫਿਕ ਕੋਈ ਹੈ ਨਹੀਂ ਸੀ। ਜਿਵੇਂ ਅੱਜ ਤਾਂ ਬਹੁਤ ਟ੍ਰੈਫਿਕ ਪ੍ਰਦੂਸ਼ਣ ਹੋ ਗਿਆ। ਕਹਿੰਦੇ ਬੜੀ ਦੂਰ ਤੱਕ ਕਈ ਕੋਹ ਤੱਕ ਆਵਾਜ਼ ਗਈ। ਤੇ ਜਿੱਥੇ ਤੱਕ ਆਵਾਜ਼ ਗਈ ਨਾ, ਜਿਵੇਂ ਜਦੋਂ ਕ੍ਰਿਸ਼ਨ ਭਗਵਾਨ ਜੀ ਜਦੋਂ ਬੰਸਰੀ ਵਜਾਉਂਦੇ ਸੀ ਨਾ, ਤੇ ਜਿਹੜਾ ਵੀ ਬੰਸਰੀ ਦੀ ਧੁਨ ਸੁਣਦਾ ਸੀ, ਕੋਈ ਵੀ ਜਿੱਥੇ ਕੋਈ ਖੜਾ ਹੈ, ਜਿੱਥੇ ਕੋਈ ਬੈਠਾ ਹੈ, ਕੋਈ ਕੰਮ ਕਰਦਾ, ਜਦੋਂ ਬੰਸਰੀ ਵੱਜਦੀ, ਇੱਥੇ ਤੱਕ ਕਿ ਕਹਿੰਦੇ ਜਿਹੜੇ ਵਣਾਂ ਦੇ ਵਿੱਚ ਰਹਿਣ ਵਾਲੇ ਮ੍ਰਿਗ ਸੀ, ਪਸ਼ੂ ਪੰਛੀ ਸੀ, ਜਦੋਂ ਉਹ ਵੀ ਭਗਵਾਨ ਜੀ ਦੀ ਜਦੋਂ ਬੰਸਰੀ ਸੁਣਦੇ ਸੀ ਨਾ, ਤਾਂ ਹੀ ਮਹਾਂਪੁਰਖ ਧਾਰਨਾ ਪੜ੍ਹਦੇ ਨੇ, ਤੇਰੀ ਬੰਸੀ ਦੀ ਧੁਨ ਸੁਣ ਕੇ ਮਿਰਗ ਬਨ ਸਾਡ ਸਾਡੇ ਆਉਂਦੇ ਨੇ, ਤੇਰੀ ਬੰਸੀ ਦੀ ਧੁਨ ਸੁਣ ਕੇ ਮਿਰਗ ਬਨ ਸਾਡ ਸਾਡੇ ਆਉਂਦੇ ਨੇ, ਤੇਰੀ ਬੰਸੀ ਦੀ ਧੁਨ ਸੁਣ ਕੇ ਮਿਰਗ ਬਨ ਸਾਡੇ ਆਉਂਦੇ ਨੇ, ਤੇਰੀ ਬੰਸੀ
ਧੁਨ ਸੁਣ ਕੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਤੇਰੀ ਬੰਸੀ ਦੀ ਧੁਨ ਸੁਣ ਕੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਛੱਡ ਛੱਡ ਆਉਂਦੇ ਨੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਛੱਡ ਛੱਡ ਆਉਂਦੇ ਨੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਉਹ ਛੱਡ ਛੱਡ ਆਉਂਦੇ ਨੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਛੱਡ ਛੱਡ ਆਉਂਦੇ ਨੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਉਹ ਛੱਡ ਛੱਡ ਆਉਂਦੇ ਨੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਛੱਡ ਛੱਡ ਆਉਂਦੇ ਨੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਤੇਰੀ ਬੰਸੀ ਦੀ ਧੁਨ ਸੁਣ ਕੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਤੇਰੀ ਬੰਸੀ ਦੀ ਧੁਨ ਸੁਣ ਕੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਤੇਰੀ ਬੰਸੀ ਦੀ ਧੁਨ ਸੁਣ ਕੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਤੇਰੀ ਬੰਸੀ ਦੀ ਧੁਨ ਸੁਣ ਕੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਤੇਰੀ ਬੰਸਰੀ ਦੀ ਧੁਨ ਸੁਣ ਕੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਤੇਰੀ ਬੰਸੀ ਦੀ ਧੁਨ ਸੁਣ ਕੇ ਮ੍ਰਿਗਵਨ ਛੱਡ ਛੱਡ ਆਉਂਦੇ ਨੇ ਕਹਿੰਦੇ ਜਦੋਂ ਭਗਵਾਨ ਜੀ ਬੰਸਰੀ ਵਜਾਉਂਦੇ ਕਹਿੰਦੇ ਬਣਾ ਦੇ ਮ੍ਰਿਗ ਵੀ ਕੋਲ ਆ ਜਾਂਦੇ ਗਊਆਂ ਵੀ ਕੋਲੇ ਆ ਜਾਂਦੀਆਂ ਤੇ ਜਿਹੜਾ ਵੀ ਬੰਸੀ ਜਦੋਂ ਵਜਾਉਂਦੇ ਜਿਹੜਾ ਸੁਣਦਾ ਉਧਰ ਨੂੰ ਖਿੱਚਿਆ ਜਾਂਦਾ। ਅੱਜ ਐਸਾ ਹੀ ਸਮਾਂ ਬਣਿਆ ਹੋਇਆ ਜਿਵੇਂ ਮਹਾਰਾਜ ਗੰਗਾਨੰਦ ਜੀ ਨਾ ਅੰਮ੍ਰਿਤ ਵੇਲੇ ਬ੍ਰਹਮ ਵੇਦੀ ਪੜ੍ਹਦੇ ਤੇ ਨਾਲ ਸ਼ਬਦ ਲਾਉਂਦੇ ਤੇ ਲੋਕ ਖਿੱਚੇ ਆਉਂਦੇ। ਇਸੇ ਤਰ੍ਹਾਂ ਸਮੇਂ-ਸਮੇਂ ਦੇ ਨਾਲ ਗੁਰੂ ਪੀਰ ਅਵਤਾਰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਧੁਨ ਆਈ ਨਾ ਜਿੱਥੇ ਤੱਕ ਆਵਾਜ਼ ਗਈ ਮਨ ਖਿੱਚੇ ਗਏ ਕਿਉਂਕਿ ਬਾਣੀ ਦੀ ਤਾਕਤ ਹੈ, ਗੁਰੂਆਂ ਦੀ ਤਾਕਤ ਹੈ ਤੇ ਜਿੱਥੇ ਤੱਕ ਆਵਾਜ਼ ਗਈ ਲੋਕ ਖਿੱਚੇ ਆਉਂਦੇ ਨੇ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕੀਰਤਨ ਕਰੀ ਜਾਂਦੇ ਨੇ, ਕੀਰਤਨ ਕਰੀ ਜਾਂਦੇ ਨੇ, ਰਬਾਬ ਵੱਜਦੀ ਹੈ, ਲੋਕ ਆ ਕੇ ਇਕੱਠੇ ਹੋਣ ਲੱਗੇ। ਜਿਵੇਂ ਤੁਸੀਂ ਬੈਠੇ ਹੋ ਨਾ ਆਏ ਕਿੰਨੇ ਹੀ ਲੋਕ ਜਿੱਥੇ ਸ਼ਹਿਰ ਦੇ ਜਿੰਨੇ ਵੀ ਜਾਗਦੇ ਸੀ ਸਾਰੇ ਹੀ ਆ ਗਏ। ਬੜਾ ਆਨੰਦ ਆ ਰਿਹਾ ਹੈ, ਬੜਾ ਆਨੰਦ ਆ ਰਿਹਾ ਹੈ ਕਿਉਂਕਿ ਬਾਣੀ ਦੇ ਵਿੱਚ ਤਾਕਤ ਹੈ, ਗੁਰੂਆਂ ਦੀ ਸ਼ਕਤੀ ਕੰਮ ਕਰਦੀ ਹੈ, ਰਬਾਬ ਦੀ ਮਿੱਠੀ ਆਵਾਜ਼ ਕੰਮ ਕਰਦੀ ਹੈ, ਪਰਮੇਸ਼ਰ ਦਾ ਨਾਮ ਕੰਮ ਕਰਦਾ ਹੈ। ਬੜਾ ਆਨੰਦ ਆਉਂਦਾ ਹੈ, ਸ਼ਾਂਤੀ ਮਿਲ ਰਹੀ ਹੈ। ਲੋਕ ਬੈਠ ਗਏ ਆ ਕੇ, ਕੀਰਤਨ ਹੁੰਦਾ ਰਿਹਾ, ਹਰੀ ਜਸ ਹੁੰਦਾ ਰਿਹਾ ਤੇ ਪਿਆਰਿਓ ਬਹੁਤ ਸਾਰੇ ਲੋਕ ਆ ਕੇ ਬੈਠ ਗਏ। ਤੇ ਜਦੋਂ ਬੈਠੇ ਨਾ, ਜਦੋਂ ਸਮਾਪਤੀ ਹੋਈ ਸਾਰੇ ਮੱਥਾ ਟੇਕ ਟੇਕ ਕੇ ਆਨੰਦ ਆਏ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਵਿਅਕਤੀ ਬੇਨਤੀ ਕਰਦਾ ਹੈ। ਮਹਾਰਾਜ ਕਹਿੰਦੇ ਭਾਈ ਦੱਸ। ਮਹਾਰਾਜ ਜੀ ਅਸੀਂ ਬੜੇ ਦੁਖੀ ਹਾਂ, ਅੱਜ ਜਦੋਂ ਤੁਹਾਡੀ ਬਾਣੀ ਮਿੱਠੀ ਸੁਣੀ, ਪ੍ਰਭੂ ਦੀ ਉਸਤਤ ਦੇ ਵਿੱਚ ਤੁਸੀਂ ਗਾਇਆ, ਮਨ ਨੂੰ ਅੱਜ ਸ਼ਾਂਤੀ ਮਿਲੀ, ਐਂ ਲੱਗਦਾ ਸਾਡੇ ਦੁੱਖ ਦੂਰ ਕਰਨ ਵਾਲਾ ਆ ਗਿਆ। ਪਤਾ ਲੱਗ ਜਾਂਦਾ ਹੈ, ਕਿਰਪਾ ਕਰੋ। ਮਹਾਰਾਜ ਕਹਿੰਦੇ ਭਾਈ ਕੀ ਦੱਸੋ। ਮਹਾਰਾਜ ਜੀ ਜਿਹੜਾ ਸਾਡਾ ਇੱਥੇ ਦਾ ਰਾਜਾ ਹੈ ਨਾ ਉਹ ਬੜਾ ਕਰੂਰ ਹੈ, ਬੜਾ ਦੁਸ਼ਟ ਹੈ। ਉਹ ਤਾਂ ਅੰਤਰਜਾਮੀ ਜਾਣਦੀ ਸੀ, ਉਹ ਤਾਂ ਆਈ ਤਾਰਨ ਵਾਸਤੇ ਸੀ, ਉਹ ਤਾਂ ਇੱਕ ਬਹਾਨਾ ਬਣ ਜਾਂਦਾ ਹੈ ਕਿਉਂਕਿ ਬਿਨਾਂ ਕਾਰਨ ਤੋਂ ਕੋਈ ਕਾਰਿਆ ਨਹੀਂ ਹੁੰਦਾ। ਮਹਾਰਾਜ ਜੀ ਜਿਹੜਾ ਸਾਡਾ ਇੱਥੇ ਦਾ ਰਾਜਾ ਬੜਾ ਦੁਸ਼ਟ ਹੈ, ਬੜਾ ਕਰੂਰ ਹੈ। ਮਹਾਰਾਜ ਜੀ ਕਹਿੰਦੇ ਕੀ ਗੱਲ ਭਾਈ। ਮਹਾਰਾਜ ਜੀ ਇੰਨਾ ਕਰੂਰ ਹੈ ਕਿਸੇ ਕੋਲੇ 1 ਰੁਪਈਆ ਵੀ ਨਹੀਂ ਛੱਡਿਆ, ਸਾਰਿਆਂ ਦੇ ਕੋਲੋਂ ਧਨ ਖੋਲਿਆ, ਸਾਰਿਆਂ ਦੇ ਕੋਲੋਂ। ਅੱਛਾ ਭਾਈ। ਮਹਾਰਾਜ ਜੀ ਇੱਥੇ ਤੱਕ ਤਾਂ ਕੀ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਰੁਪਈਏ ਕੱਢ ਲਏ। ਜਦੋਂ ਮੁਰਦਾ ਦਫਨਾਇਆ ਜਾਂਦਾ ਹੈ ਨਾ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਜਾਂਦਾ ਹੈ, ਉਹ ਵੀ ਕੱਢ ਲਏ। ਮਹਾਰਾਜ ਕਹਿੰਦੇ ਅੱਛਾ ਭਾਈ। ਮਹਾਰਾਜ ਕਹਿੰਦੇ ਕੋਈ ਨਾ, ਕੋਈ ਗੱਲ ਨਹੀਂ। ਮਹਾਰਾਜ ਜੀ ਕਿਰਪਾ ਕਰੋ, ਸਾਡੇ
ਇਹ ਸ਼ਹਿਰ ਦੇ ਸਾਡੇ ਇਲਾਕੇ ਦੇ ਉੱਪਰ ਕਿਰਪਾ ਕਰੋ, ਉਹ ਰਾਜੇ ਨੂੰ ਸਦਬੁੱਧੀ ਦੇ ਦਿਓ। ਕਿਉਂਕਿ ਗੁਰੂ ਪੀਰ ਨੇ, ਗਰੀਬਦਾਸ ਮਹਾਰਾਜ ਜੀ ਬਾਣੀ ਦੇ ਵਿੱਚ ਵੀ ਕਹਿੰਦੇ ਨੇ, ਸਤਿਗੁਰ ਦਇਆ ਕਰੇ ਦਿਲ ਫੇਰੇ, ਕੋਟ ਤਿਮਰ ਮਿਟ ਜਾਏ ਅੰਧੇਰੇ। ਗੁਰੂ ਦੀ ਜੇ ਕਿਰਪਾ ਹੋ ਜਵੇ, ਪ੍ਰਭੂ ਦੀ ਜੇ ਕਿਰਪਾ ਹੋ ਜਵੇ, ਬੜੇ ਤੋਂ ਬੜਾ ਪਾਪੀ ਵੀ ਭਗਤ ਬਣ ਜਾਂਦਾ ਹੈ। ਸੁਣੋ ਮਹੱਤਵ ਨਾਮ ਕਾ ਮੁਜਰੇ ਚਲ ਭਾਈ, ਅਜਾ ਮੇਲ ਗਣਕਾ ਤਰੀ ਔਰ ਸਦਨ ਕਸਾਈ। ਸਦਨੇ ਕਸਾਈ ਵਰਗੇ ਵੀ ਭਗਤ ਬਣ ਗਏ, ਗਣਕਾ ਪਾਪਣ ਵਰਗੀਆਂ ਵੀ ਭਗਤ ਬਣ ਗਈਆਂ, ਸਦਨੇ ਕਸਾਈ ਵਰਗੇ ਵੀ ਭਗਤ ਬਣ ਗਏ, ਜੇ ਸਤਿਗੁਰ ਜੀ ਦਇਆ ਹੋ ਜਵੇ। ਕਿਉਂਕਿ ਜਦੋਂ ਗੁਰੂ ਨਜ਼ਰ ਮਾਰਦਾ ਹੈ, ਗੁਰੂ ਦਾ ਧਿਆਨ ਜਾਂਦਾ ਹੈ, ਗੁਰੂ ਦੀ ਸ਼ਰਨ ਦੇ ਵਿੱਚ ਕੋਈ ਵੀ ਆ ਜਵੇ, ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਪਾਹਣ ਪਾਰ ਉਤਾਰੇ। ਪੱਥਰਾਂ ਨੂੰ ਵੀ ਤਾਰ ਦਿੰਦਾ ਹੈ ਗੁਰੂ ਤਾਂ। ਕਹਿਣ ਲੱਗੇ ਮਹਾਰਾਜ ਜੀ ਬੜਾ ਕਰੂਰ ਹੈ, ਕੌਰੂ ਉਹਦਾ ਨਾਂ ਹੈ। ਸਾਰੇ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਰੁਪਈਏ ਕੱਢ ਲਏ, ਸਾਰੀ ਵਾਰਤਾ ਸੁਣਾਈ। ਮਹਾਰਾਜ ਜੀ ਇੱਕ ਦਿਨ ਐਸਾ ਸਮਾਂ ਬਣਿਆ, ਸਾਰਿਆਂ ਤੋਂ ਧਨ ਖੋਲਿਆ, ਸੋਚਿਆ ਵੀ ਕਿਸੇ ਕੋਲੇ 1 ਰੁਪਈਆ ਵੀ ਨਾ ਹੋਵੇ, 1 ਰੁਪਈਆ ਵੀ ਨਾ ਹੋਵੇ, ਤੇ ਕਿਸੇ ਕੋਲੇ 1 ਰੁਪਈਆ ਵੀ ਹੈ ਨਹੀਂ। ਜੇ ਕਿਸੇ ਕੋਲੇ 1 ਰੁਪਈਆ ਤਾਂ ਡੰਡ ਦਿੰਦਾ। ਅੱਜ ਇੱਥੇ ਤੱਕ ਸ਼ਰਤ ਰੱਖਤੀ ਵੀ ਜਿਹੜਾ 1 ਰੁਪਈਆ ਲਿਆ ਕੇ ਦਊਗਾ, ਮੈਂ ਉਹਦੇ ਨਾਲ ਆਪਣੀ ਲੜਕੀ ਦਾ ਵਿਆਹ ਕਰ ਦੂੰਗਾ, ਵੀ ਕਿਸੇ ਕੋਲੇ ਰਹਿ ਨਾ ਜਾਵੇ। ਐਸਾ ਬਹਾਨਾ ਬਣਾਇਆ। ਇੱਕ ਨੌਜਵਾਨ ਬੱਚਾ ਆਪਣੀ ਮਾਂ ਨੂੰ ਜਾ ਕੇ ਕਹਿੰਦਾ, ਮਾਂ ਮੈਨੂੰ 1 ਰੁਪਈਆ ਚਾਹੀਦਾ, 1 ਰੁਪਈਆ। ਮਾਂ ਕਹਿੰਦੀ, ਪੁੱਤ ਤੈਨੂੰ ਪਤਾ ਆਪਣਾ ਜਿਹੜਾ ਰਾਜ ਹੈ ਬੜਾ ਜ਼ਾਲਮ ਹੈ, ਉਹਨੇ ਤਾਂ ਕਿਸੇ ਕੋਲੇ ਫੁੱਟੀ ਕੌਡੀ ਵੀ ਨਹੀਂ ਛੱਡੀ, ਤੈਨੂੰ ਰੁਪਈਆ ਕਿੱਥੋਂ ਲਿਆ ਦਿਆਂ? ਮਾਂ ਜਿੱਥੋਂ ਮਰਜ਼ੀ ਲਿਆ, ਜਿੱਥੋਂ ਮਰਜ਼ੀ ਲੈ ਕੇ ਆ, ਮੈਨੂੰ ਰੁਪਈਆ ਚਾਹੀਦਾ। ਮਾਂ ਕਹਿੰਦੀ, ਨਾ ਪੁੱਤ ਤੇਰੇ ਤਾਂ ਸਿਰ ਤੇ ਪਿਓ ਵੀ ਹੈ ਨਹੀਂ, ਤੈਨੂੰ ਰੁਪਈਆ ਮੈਂ ਕਿੱਥੋਂ ਲਿਆ ਦਿਆਂ? ਮਾਂ ਜੇ ਨਹੀਂ ਰੁਪਈਆ ਦਿੰਦੀ ਤਾਂ ਮੈਂ ਅੱਜ ਜੀਵਨ ਲੀਲਾ ਸਮਾਪਤ ਕਰ ਲੂੰ, ਕਿਸੇ ਖੂਹ ਖਾਤੇ ਪੈ ਕੇ ਕਿਸੇ ਨਦੀ ਨਾਲੇ ਦੇ ਵਿੱਚ ਡੁੱਬ ਕੇ ਮਰ ਜਾਊਂਗਾ ਮੈਂ। ਮੈਨੂੰ ਰੁਪਈਆ ਲਿਆ ਕੇ ਦੇ। ਜਿਵੇਂ ਅੱਜ ਦਾ ਬੱਚਾ ਜਿੱਦ ਕਰਦਾ ਹੈ, ਕੋਈ ਨਸ਼ੇ ਵਾਸਤੇ ਜਿੱਦ ਕਰਦਾ ਹੈ, ਮੈਨੂੰ ਪੈਸੇ ਦਿਓ ਮੈਂ ਨਸ਼ਾ ਕਰਨਾ ਹੈ। ਕੋਈ ਸੰਸਾਰਕ ਸਾਧਨਾ ਵਾਸਤੇ, ਮੋਬਾਈਲਾਂ ਵਾਸਤੇ ਜਿੱਦ ਕਰਦਾ ਹੈ, ਭਾਵੇਂ ਘਰੇ ਅੱਤ ਦੀ ਗਰੀਬੀ ਹੋਵੇ, ਕਹਿੰਦਾ ਲਿਆ ਕੇ ਦਿਓ, ਜਿੱਥੋਂ ਮਰਜ਼ੀ ਲਿਆ ਕੇ ਦਿਓ, ਨਹੀਂ ਮੈਂ ਮਰਦਾ। ਜਿੱਦ ਕਰਦਾ ਹੈ। ਮਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਈ, ਕਿਉਂਕਿ ਮਾਵਾਂ ਨੂੰ ਪੁੱਤਰ ਪਿਆਰੇ ਨੇ, ਕਿਉਂਕਿ ਪੁੱਤੀ ਗੰਢ ਪਵੇ ਸੰਸਾਰ। ਕਿਉਂਕਿ ਪੁੱਤਰਾਂ ਵਾਸਤੇ, ਧੀਆਂ ਪੁੱਤਰਾਂ ਵਾਸਤੇ ਜੀਵ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਹੈ, ਬੜੀਆਂ ਮਸਾਣੀਆਂ ਨੂੰ ਪੂਜਦਾ ਹੈ, ਜਿੱਥੇ ਨਹੀਂ ਜਾਣਾ ਉੱਥੇ ਵੀ ਜਾ ਕੇ ਮੱਥੇ ਟੇਕਦਾ ਹੈ। ਮੇਰੇ ਘਰ ਖੈਰ ਪੈ ਜਾਵੇ, ਮੇਰੇ ਘਰ ਪੁੱਤਰ ਹੋ ਜਾਵੇ। ਅੱਜ ਨੌਜਵਾਨ ਪੁੱਤ ਹੈ, ਕਹਿੰਦਾ ਮਾਂ ਨਹੀਂ ਰੁਪਈਆ ਲਿਆ ਦੇ ਕਿਤੋਂ, ਨਹੀਂ ਮੈਂ ਮਰ ਜੂੰਗਾ, ਜੀਵਨ ਲੀਲਾ ਸਮਾਪਤ ਕਰ ਲੂੰ। ਮਾਂ ਨੂੰ ਸਾਰੀ ਰਾਤ ਨੀਂਦ ਨਹੀਂ ਆਈ। ਜਦ ਨੂੰ ਸਵੇਰ ਹੋਈ, ਦਿਮਾਗ ਦੇ ਵਿੱਚ ਗੱਲ ਆਈ ਕਿ ਜਦੋਂ ਤੇਰਾ ਪਿਤਾ ਦਫਨਾਇਆ ਗਿਆ ਸੀ, ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਗਿਆ ਸੀ, ਮੂੰਹ ਦੇ ਵਿੱਚ ਰੁਪਈਆ। ਪੁੱਤਰ ਹੋਰ ਕਿਤੋਂ ਪੈਸਾ ਨਹੀਂ ਮਿਲਣਾ, ਤੇਰੇ ਪਿਓ ਦੇ ਮੂੰਹ 'ਚ ਰੁਪਈਆ ਪਾ ਕੇ ਕਬਰ 'ਚ ਦੱਬਿਆ ਗਿਆ ਸੀ, ਉਹਨੂੰ ਫਰੋੜ ਲਾ ਜੇ ਤੈਨੂੰ ਰੁਪਈਆ ਮਿਲ ਜੇ, ਪਰ ਤੇਰੇ ਬਿਨਾ ਮੇਰਾ ਸੰਸਾਰ ਨਹੀਂ, ਤੂੰ ਮਰੀ ਨਾ। ਮਾਂ ਕੀ ਕੁਝ ਨਹੀਂ ਕਰਦੀ ਆਪਣੇ ਬੱਚਿਆਂ ਵਾਸਤੇ। ਜਾ ਕੇ ਕਬਰ ਪੱਟ ਲਈ, ਮੁਰਦੇ ਦੇ ਮੂੰਹ ਦੇ ਵਿੱਚੋਂ ਰੁਪਈਆ ਕੱਢਿਆ, ਲਿਜਾ ਕੇ ਕੌਰੂ ਬਾਦਸ਼ਾਹ ਨੂੰ ਫੜਾਤਾ, ਆ ਲੈ ਫੜ। ਕੌਰੂ ਬਾਦਸ਼ਾਹ ਕਹਿੰਦਾ ਕਿਸੇ ਕੋਲੇ ਧਨ ਨਹੀਂ ਸੀ, ਤੂੰ ਕਿੱਥੋਂ ਲਿਆਇਆ? ਦੱਸ ਕਿੱਥੋਂ ਲੈ ਕੇ ਆਇਆ? ਸਾਰੀ ਵਾਰਤਾ ਦੱਸੀ। ਕਹਿੰਦੇ ਕੌਰੂ ਬਾਦਸ਼ਾਹ ਨੇ ਸਾਰੀਆਂ ਕਬਰਾਂ ਪਟਾਤੀਆਂ ਵੀ ਕਿਤੇ ਕਬਰਾਂ ਦੇ ਵਿੱਚ ਵੀ ਰੁਪਈਆ ਨਾ ਰਹਿ ਜਾਵੇ। ਇਹ ਵਾਰਤਾ ਸੁਣਾਈ। ਗੁਰ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਕੋਈ ਨਾ ਤੂੰ ਜਾ। ਦੂਸਰਾ ਦਿਨ ਫੇਰ ਹੋਇਆ, ਫੇਰ ਰਬਾਬ ਵਜਾਈ, ਸਾਰਾ ਨਗਰ ਆ ਗਿਆ, ਸਾਰਾ ਇਲਾਕਾ ਆ ਗਿਆ। ਕੌਰੂ ਬਾਦਸ਼ਾਹ ਨੂੰ ਪਤਾ ਲੱਗਿਆ ਕੋਈ ਫਕੀਰ ਆਇਆ, ਕੋਈ ਰੱਬ ਦਾ ਪਿਆਰਾ ਆਇਆ, ਦੁਨੀਆ ਜਾ ਰਹੀ ਹੈ। ਕਿੱਧਰ ਨੂੰ ਜਾ ਰਹੀ ਹੈ? ਕਹਿੰਦੇ ਫਕੀਰ ਆਇਆ। ਜਦੋਂ ਕੀਰਤਨ ਕਰਦਾ ਦੁਨੀਆ ਨੂੰ ਕੀਲ ਦਿੰਦਾ ਹੈ, ਜਦੋਂ ਬਚਨ ਸੁਣਾਉਂਦਾ ਮੰਤਰ ਮੁਗਧ ਕਰ ਦਿੰਦਾ ਹੈ, ਸਾਰੀ ਦੁਨੀਆ ਉੱਧਰ ਨੂੰ ਜਾਂਦੀ ਹੈ। ਤੇ ਪਿਆਰਿਓ, ਇਹਦੇ ਮਨ ਦੇ ਵਿੱਚ ਵੀ ਆਇਆ ਮੈਂ ਵੀ ਤਾਂ ਦੇਖਾਂ ਕਿਹੋ ਜਿਹਾ ਹੈ। ਪਾਪੀ ਦਾ ਵੀ ਜੀ ਕਰਦਾ ਹੈ,
ਭਗਤ ਦਾ ਜੀ ਕਰਦਾ ਮੈਂ ਆਨੰਦ ਲੈ ਕੇ ਆਵਾਂ, ਪਾਪੀ ਦਾ ਜੀ ਕਰਦਾ ਮੈਂ ਦੇਖ ਆਵਾਂ ਕੌਣ ਹੈ ਕਿਹੋ ਜਿਹਾ ਹੈ। ਫਰਕ ਇੰਨਾ ਕੀ ਹੁੰਦਾ ਹੈ। ਪਰ ਗੁਰੂਆਂ ਦੀ ਸ਼ਰਨ ਦੇ ਵਿੱਚ ਤਾਂ ਭਾਵੇਂ ਪਾਪੀ ਆ ਜਾਵੇ ਭਾਵੇਂ ਭਗਤ ਆ ਜਾਵੇ, ਉਹਦਾ ਆਧਾਰ ਹੀ ਕਰਨਾ ਹੁੰਦਾ ਹੈ। ਕਹਿੰਦਾ ਮੈਂ ਦੇਖਦਾ ਕੌਣ ਹੈ, ਸਾਰੇ ਲੋਕ ਜਾਂਦੇ ਨੇ, ਇਹ ਵੀ ਚਲਿਆ ਗਿਆ। ਬੜੀ ਦੁਨੀਆ, ਸਾਰਾ ਹੀ ਇਲਾਕਾ ਇਕੱਠਾ ਹੋਇਆ, ਦੇਖ ਕੇ ਹੈਰਾਨ ਹੋ ਗਿਆ, ਇੰਨੀ ਦੁਨੀਆ। ਤੇ ਜਾ ਕੇ ਮੂਹਰਲੇ ਪਾਸੇ ਬਹਿ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਕੀਰਤਨ ਕਰਦੇ ਨੇ, ਆਨੰਦ ਦੇ ਵਿੱਚ ਇਹ ਬੈਠਾ ਰਿਹਾ। ਕਿਉਂਕਿ ਪਾਪੀ ਕੋ ਭਾਵੇ ਨਹੀਂ ਭਗਤ ਮੁਕਤ ਕੀ ਪ੍ਰੀਤ। ਜਿਹੜਾ ਪਾਪੀ ਬੰਦਾ ਹੈ ਉਹਨੂੰ ਭਗਤੀ ਤੇ ਮੁਕਤੀ ਦਾ ਰਸਤਾ ਚੰਗਾ ਨਹੀਂ ਲੱਗਦਾ। ਤੁਹਾਡੇ ਕੋਈ ਲੀਡਰ ਆ ਜਾਵੇ ਨਾ, ਲੀਡਰ, ਪਹਿਲਾਂ ਤਾਂ ਉਹਨੇ ਆਉਣਾ ਸਾਰਿਆਂ ਤੋਂ ਉਦੋਂ ਹੈ ਜਦੋਂ ਐਨ ਪੂਰਾ ਰਸ ਬਣਿਆ ਹੋਵੇ, ਉਹਨੇ ਮੂਹਰੇ ਬਹਿਣਾ ਆ ਕੇ, ਤੇ ਫਿਰ 5 ਮਿੰਟ ਬੈਠੂਗਾ, ਕਦੇ ਫੋਨ ਜਿਹਾ ਕੱਢ ਲੂ, ਕਦੇ ਨਾਲ ਦੇ ਨੂੰ ਬੁਲਾ ਲੂ, ਫਿਰ ਉਹ ਉੱਠ ਕੇ ਚੱਲਦਾ ਹੈ। ਉਹਨੂੰ ਬੈਠਣਾ ਔਖਾ ਹੋ ਜਾਂਦਾ ਹੈ। ਤੁਸੀਂ ਕਦੇ ਦੇਖ ਲਿਓ, ਕਿਤੇ ਵੀ ਤੁਸੀਂ, ਕੋਈ ਬਿਰਲਾ ਹੋਊਗਾ ਜਿਹੜਾ ਬੈਠ ਕੇ ਸਤਸੰਗ ਜਾਂ ਬਾਣੀ ਸੁਣੋ, ਨਹੀਂ ਬੈਠੂ ਵੀ ਮੂਹਰੇ ਤੇ ਜਦੀ ਉੱਠ ਖੜੂ ਕਦੇ ਕਿਸੇ ਨੂੰ, ਉਹ ਸਾਰਾ ਰਸ ਖਰਾਬ ਕਰ ਦਿੰਦਾ। ਹੁਣ ਕੌਰੂ ਤੋਂ ਵੀ ਬੈਠ ਨਹੀਂ ਹੁੰਦਾ, ਕਿਉਂਕਿ ਪਾਪੀ ਕੋ ਭਾਵੇ ਨਹੀਂ ਭਗਤ ਮੁਕਤ ਕੀ ਰੀਤ। ਚੰਗਾ ਨਹੀਂ ਲੱਗਦਾ, ਬੈਠਾ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ 1 ਘੰਟੇ ਬਾਅਦ ਵਿਸਰਾਮ ਕਰੀਏ। ਹੁਣ ਇਹ ਦੱਸਣਾ ਚਾਹੁੰਦਾ ਮੈਂ ਇੱਥੇ ਦਾ ਬਾਦਸ਼ਾਹ, ਸਾਰੀ ਦੁਨੀਆ ਬੈਠੀ ਹੈ ਨਾ, ਵੀ ਇਹ ਫਕੀਰ ਵੀ ਮੇਰੇ ਗੁਣ ਗਾਵੇ, ਮੈਂ ਇੱਥੇ ਦਾ ਬਾਦਸ਼ਾਹ। ਥੋੜੀ ਦੇਰ ਤੋਂ ਬਾਅਦ ਜਦੋਂ ਸਮਾਪਤੀ ਕਰਨ ਲੱਗੇ ਨਾ, ਐਂ ਵਿਸਰਾਮ ਦਿੱਤਾ ਤੇ ਉੱਠ ਕੇ ਖੜਾ ਹੋ ਗਿਆ। ਬਾਬਾ ਜੀ ਮੈਂ ਇੱਥੇ ਦਾ ਬਾਦਸ਼ਾਹ। ਅਸੀਂ ਜਦ ਹੀ ਗਣਾ ਦਿੰਦੇ ਹਾਂ, ਜੇ ਪਿੰਡ ਦੀ ਮਾੜੀ ਜੀ ਚੌਧਰ ਵੀ ਮਿਲ ਜਵੇ ਨਾ, ਕੋਈ ਪ੍ਰਧਾਨਗੀ ਮਿਲ ਜਵੇ, ਇੱਥੇ ਤਾਂ ਇੱਥੇ ਕਿ ਖੜੇ ਹਾਂ ਅਸੀਂ, ਕੋਈ ਪੰਚ ਸਰਪੰਚ ਬਣ ਜਵੇ ਮਾੜਾ ਮੋਟਾ, ਇੱਥੇ ਤਾਂ ਜੇ ਤੂੜੀ ਵਾਲੇ ਕੋਠੇ ਦੀ ਵੀ ਪ੍ਰਧਾਨਗੀ ਦੇ ਦਿਓ ਤਾਂ ਵੀ ਦੱਸਣਾ ਸ਼ੁਰੂ ਕਰ ਲੈਂਦਾ ਮੈਂ ਪ੍ਰਧਾਨ ਹਾਂ, ਤਾਂ ਵੀ ਦੱਸਦਾ। ਕਹਿਣ ਲੱਗਿਆ ਬਾਬਾ ਜੀ ਮੈਂ ਇਸ ਇਲਾਕੇ ਦਾ ਰਾਜਾ, ਮੇਰੇ ਲਾਇਕ ਕੋਈ ਕੰਮ ਹੋਇਆ ਤਾਂ ਦੱਸਿਓ। ਕਹਿੰਦਾ ਹੀ ਹੈ ਨਾ, ਬੜੇ ਲੋਕ ਦੇਖੀਂਦੇ ਨੇ, ਆਉਂਦੇ ਨੇ, ਬਾਬਾ ਜੀ ਮੇਰੀ ਫਲਾਣੀ ਜਗ੍ਹਾ ਡਿਊਟੀ ਹੈ, ਕੋਈ ਕੰਮ ਹੋਇਆ ਤਾਂ ਦੱਸਿਓ। ਫਕੀਰਾਂ ਨੂੰ ਕੀ ਕੰਮ ਹੁੰਦਾ ਹੈ, ਫਕੀਰ ਤਾਂ ਬੇਪਰਵਾਹ ਹੁੰਦੇ ਨੇ। ਬਾਬਾ ਜੀ ਮੈਂ ਇੱਥੇ ਦਾ ਰਾਜਾ, ਮੇਰੇ ਲਾਇਕ ਕੋਈ ਸੇਵਾ ਕੋਈ ਕੰਮ ਮੈਨੂੰ ਦੱਸਿਓ, ਮੈਂ ਰਾਜਾ ਇੱਥੇ ਦਾ। ਕਹਿੰਦੇ ਬਹਿ ਜਾ ਦੱਸਦੇ ਆ। ਬੈਠ ਗਿਆ। ਮਹਾਰਾਜ ਫੇਰ ਮੌਜ ਦੇ ਵਿੱਚ ਲੱਗ ਗਏ, ਬੈਠਾ ਰਿਹਾ। ਬੈਠ ਨਹੀਂ ਹੁੰਦਾ, ਕਦੇ ਲੱਤ ਇੱਧਰਲੀ ਚੱਕ ਲੈਂਦਾ, ਕਦੇ ਇੱਧਰਲੀ ਚੱਕ ਲੈਂਦਾ, ਕਦੇ ਗੋਡਿਆਂ ਭਾਰ ਹੋ ਜਾਂਦਾ। ਘੰਟਾ 1.5 ਘੰਟਾ ਫੇਰ ਲੰਘ ਗਿਆ, ਫੇਰ ਵਿਸਰਾਮ। ਬਾਬਾ ਜੀ ਮੇਰੇ ਲਾਇਕ ਕੋਈ ਕੰਮ ਹੈ ਦੱਸੋ। ਕਹਿੰਦੇ ਬਹਿ ਜਾ ਹਜੇ ਦੱਸਦੇ ਆ। ਫੇਰ ਲੱਗੇ, ਉਹਨੂੰ 3-4 ਘੰਟੇ ਬਿਠਾ ਕੇ ਰੱਖਿਆ। ਆਖਰ ਨੂੰ ਦੁਖੀ ਹੋ ਕੇ ਉੱਠਿਆ, ਉੱਠ ਕੇ ਕਹਿਣ ਲੱਗਿਆ ਬਾਬਾ ਜੀ ਮੈਂ ਜਾਣਾ, ਮੇਰੇ ਲਈ ਕੋਈ ਕੰਮ ਦੱਸੋ, ਮੈਨੂੰ ਬੈਠਣਾ ਔਖਾ ਹੈ, ਮੈਨੂੰ ਕੰਮ ਬਹੁਤ ਨੇ। ਹੁੰਦਾ ਹੀ ਹੈ ਨਾ। ਗੁਰੂ ਨਾਨਕ ਪਾਤਸ਼ਾਹ ਪੁਰਾਣੇ ਫਕੀਰ ਗੋਦੜੀਆਂ ਰੱਖਦੇ ਸੀ, ਐਂ ਵਿੱਚ ਹੱਥ ਪਾਏ, ਉਹਦੇ ਵਿੱਚੋਂ ਇੱਕ ਸੂਈ ਕੱਢੀ, ਕਹਿਣ ਲੱਗੇ ਆਹ ਫੜ ਤੇ ਤੂੰ ਅਗਲੇ ਜਹਾਨ ਚ ਲਵਾਂਗੇ, ਸਾਂਭ ਕੇ ਰੱਖੀ। ਆ ਸੂਈ ਫੜ ਤੇ ਤੂੰ ਅਗਲੇ ਜਹਾਨ ਦੇ ਵਿੱਚ ਲਵਾਂਗੇ, ਸਾਂਭ ਕੇ ਰੱਖੀ। ਹੁਣ ਪਿਆਰਿਓ ਇੱਥੇ ਮੂਰਖ ਤਾਂ ਕੋਈ ਨਹੀਂ, ਅਗਿਆਨੀ ਕੌਣ ਹੈ? ਕੋਈ ਹੈ ਇਹੋ ਜਿਹਾ? ਸਾਰਿਆਂ ਨੂੰ ਪਤਾ ਹੈ ਮਰਨਾ ਹੈ, ਸਭ ਨੂੰ ਪਤਾ ਹੈ ਨਾ, ਸਭ ਨੂੰ ਪਤਾ ਹੈ, ਫਿਰ ਵੀ ਇਹ ਧਨ ਇਕੱਠਾ ਕਰਦਾ ਰਹਿੰਦਾ ਹੈ, ਕਰਦਾ ਹੈ ਨਾ ਜੀ। ਸਭ ਨੂੰ ਪਤਾ ਹੈ ਵੀ ਜਿਹੜੀ ਮੌਤ ਹੈ ਇਹ ਅਟਲ ਸੱਚਾਈ ਹੈ, ਇਹ ਵੀ ਪਤਾ ਸਾਰਿਆਂ ਨੂੰ ਵੀ ਨਾਲ ਵੀ ਕੁਝ ਨਹੀਂ ਜਾਣਾ। ਮੂਰਖ ਤਾਂ ਕੋਈ ਹੈ ਨਹੀਂ ਨਾ, ਹੈ ਕੋਈ ਦੁਨੀਆ 'ਚ? ਸਾਰਾ ਸੰਸਾਰ ਦਾ ਧਨ ਸਭ ਕੁਛ ਇੱਥੇ ਹੀ ਪਿਆ ਰਹਿ ਜਾਣਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਲੈ ਸੂਈ, ਅਗਲੇ ਜਹਾਨ ਚ ਲਵਾਂਗੇ, ਐਂ ਫੜ ਲਈ। ਫੜ ਕੇ ਦਿਮਾਗ ਚ ਆਇਆ ਇਹ ਤਾਂ ਨਾਲ ਨਹੀਂ ਜਾਣੀ, ਇਹ ਨਹੀਂ ਨਾਲ ਜਾਣੀ। ਕਹਿਣ ਲੱਗਿਆ ਬਾਬਾ ਜੀ ਇਹ ਸੂਈ ਨਹੀਂ ਗਾਹਾਂ ਨਾਲ ਜਾਣੀ। ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ, ਉਹ ਜਿਹੜੀ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਮਾਇਆ ਕੱਢ ਕੱਢ ਕੇ ਲੋਕਾਂ ਨੂੰ ਦੁੱਖ ਦੇ ਦੇ ਕੇ 40 ਗੰਜ ਮਾਇਆ ਇਕੱਠੀ ਕਰੀ ਹੈ, ਇਹ ਤੇਰੇ ਨਾਲ ਜਾਊਗੀ। ਗੁਰੂ ਬਾਬਾ ਜੀ ਪਤਾ ਕੀ ਕਹਿੰਦੇ, ਸੂਈ ਸੰਤਾਂ ਦੇ ਨਾਲ ਨਹੀਂ ਜਾਣੀ,
ਜੇ ਤੇਰੇ ਨਾਲ ਇਹ ਸੂਈ ਨਹੀਂ ਜਾਂਦੀ ਸਾਡੀ, ਸੂਈ ਸੰਤਾਂ ਦੇ ਨਾਲ ਨਹੀਂ ਜਾਣੀ, 40 ਗੰਜ ਕਿਵੇਂ ਜਾਣਗੇ। ਗੰਜ ਕਿਵੇਂ ਸਾਰੇ ਬੋਲੋ। ਸੂਈ ਸੰਤਾਂ ਦੀ ਨਾਲ ਨਹੀਂ ਜਾਣੀ, 40 ਗੰਜ ਕਿਵੇਂ ਜਾਣਗੇ। ਪਿਆਰੇ ਜੀ 40 ਗੰਜ ਕਿਵੇਂ ਜਾਣਗੇ, ਪਿਆਰੇ ਜੀ 40 ਗੰਜ ਕਿਵੇਂ ਜਾਣਗੇ। ਉਹ ਪਿਆਰੇ ਜੀ 40 ਗੰਜ ਕਿਵੇਂ ਜਾਣਗੇ, ਪਿਆਰੇ ਉਹ 40 ਗੰਜ ਕਿਵੇਂ ਜਾਣਗੇ। ਉਹ 40 ਗੰਜ ਕਿਵੇਂ ਜਾਣਗੇ, ਪਿਆਰੇ ਉਹ 40 ਗੰਜ ਕਿਵੇਂ ਜਾਣਗੇ। ਸੂਈ ਸੰਤਾਂ ਦੀ ਨਾਲ ਨਹੀਂ ਜਾਣੀ, 40 ਗੰਜ ਕਿਵੇਂ ਜਾਣਗੇ। ਸੂਈ ਸੰਤਾਂ ਦੀ ਨਾਲ ਨਹੀਂ ਜਾਣੀ, 40 ਗੰਜ ਕਿਵੇਂ ਜਾਣਗੇ। ਸੰਤਾਂ ਦੀ ਨਾਲ ਨਹੀਂ ਜਾਣੀ, ਜੀ 40 ਗੰਜ ਕਿਵੇਂ ਜਾਣਗੇ। ਉਹ ਸੂਈ ਸੰਤਾਂ ਦੀ ਨਾਲ ਨਹੀਂ ਜਾਣੀ, 40 ਗੰਜ ਕਿਵੇਂ ਜਾਣਗੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜਾ ਇੰਨਾ ਪਾਪ ਕਰ ਕਰਕੇ ਇੰਨੀ ਮਾਇਆ ਇਕੱਠੀ ਕਰੀਏ ਤੇਰੇ ਨਾਲ ਜਾਊਗੀ। ਪਿਆਰਿਓ ਜਦੋਂ ਗੁਰੂ ਪਾਤਸ਼ਾਹ ਜੀ ਦਾ ਬਚਨ ਸੁਣਿਆ ਨਾ, ਇੱਥੇ ਕਮਾਈ ਬੋਲਦੀ ਹੈ। ਐ ਸੋਚਾਂ ਦੇ ਵਿੱਚ ਪੈ ਗਿਆ ਵੀ ਗੱਲ ਤਾਂ ਸਹੀ ਹੈ। ਤੇ ਪਿਆਰਿਓ ਫਿਰ ਐਸਾ ਬਚਨ ਦਾ ਅਸਰ ਹੋਇਆ ਨਾ ਉੱਪਰ, ਐਸਾ ਬਚਨ ਦਾ ਪਾਪ ਕਰਨੇ ਛੱਡ ਗਿਆ, ਦੁੱਖ ਦੇਣਾ ਛੱਡ ਗਿਆ। ਕਿਉਂਕਿ ਮਹਾਂਪੁਰਖ ਜਿੰਨੇ ਵੀ ਨੇ ਸਾਰੇ ਇੱਕ ਗੱਲ ਕਹਿੰਦੇ ਨੇ, ਸਾਰੇ ਗ੍ਰੰਥਾਂ ਨੂੰ ਖੋਜ ਕੇ ਬਾਤ ਮਿਲੀ ਹੈ ਦੋਏ। ਕਹਿੰਦੇ ਸਾਰੇ ਗ੍ਰੰਥਾਂ ਨੂੰ ਖੋਜ ਕੇ ਦੋ ਗੱਲਾਂ ਮਿਲੀਆਂ ਨੇ। ਕਿਹੜੀਆਂ? ਦੁੱਖ ਦੇ ਦੁੱਖ ਹੋਤੇ, ਸੁੱਖ ਦੇ ਸੁੱਖ ਹੋਏ। ਕਹਿੰਦੇ ਕਿਸੇ ਨੂੰ ਦੁੱਖ ਦਵਾਂਗੇ ਤਾਂ ਸਾਨੂੰ ਦੁੱਖ ਮਿਲੂਗਾ, ਕਿਸੇ ਨੂੰ ਸੁੱਖ ਦਵਾਂਗੇ ਤਾਂ ਸਾਨੂੰ ਸੁੱਖ ਮਿਲੂਗਾ। ਤੇ ਐਸੀ ਬਿਰਤੀ ਬਣਾਤੀ ਗੁਰੂ ਪਾਤਸ਼ਾਹ ਨੇ, ਐਸਾ ਉਹਨੂੰ ਗਿਆਨ ਦਿੱਤਾ। ਤੇ ਪਿਆਰੇ ਉੱਥੇ ਹੀ ਬੈਠ ਗਿਆ, ਫਿਰ ਸਤਸੰਗ ਕਰਦਾ ਰਿਹਾ ਤੇ ਐਸਾ ਗਿਆਨ ਹੋ ਗਿਆ। ਇੰਨੀ ਮਾਇਆ ਸੀ ਕੋਲ। ਕਹਿੰਦੇ ਜਦੋਂ ਐਂਡ ਦਾ ਸਮਾਂ ਆਉਣ ਵਾਲਾ ਸੀ ਨਾ, ਆਪਣੇ ਅਹਿਲਕਾਰਾਂ ਨੂੰ ਕਹਿਣ ਲੱਗਿਆ ਵੀ ਜਦੋਂ ਮੇਰਾ ਜਨਾਜ਼ਾ ਲੈ ਕੇ ਜਾਵੋ, ਜਦੋਂ ਮੇਰੀ ਅਰਥੀ ਨੂੰ ਚੱਕ ਕੇ ਲੈ ਕੇ ਜਾਵੋ ਤਾਂ ਮੇਰੇ ਦੋਨੇ ਹੱਥ ਬਾਹਰ ਕੱਢ ਦਿਓ ਅਰਥੀ ਦੇ ਵਿੱਚੋਂ। ਕਹਿੰਦੇ ਜੀ ਕਿਉਂ? ਕਹਿਣ ਲੱਗੇ ਦੁਨੀਆ ਨੂੰ ਪਤਾ ਲੱਗ ਜਵੇ 40 ਗੰਜ ਮਾਇਆ ਇਕੱਠੀ ਕਰਨ ਵਾਲਾ ਅੱਜ ਖਾਲੀ ਹੱਥ ਜਾ ਰਿਹਾ ਹੈ। ਕਦੇ ਵੀ ਕਿਸੇ ਨੂੰ ਦੁੱਖ ਦੇ ਕੇ ਮਾਇਆ ਨਹੀਂ ਇਕੱਠੀ ਕਰਨੀ, 10 ਨੌਹਾਂ ਦੀ ਕਿਰਤ ਕਮਾਈ ਕਰਨੀ ਹੈ, ਉਹਦੇ ਵਿੱਚ ਹੀ ਬਰਕਤ ਹੋ ਜਾਵੇ। ਭਾਵੇਂ ਤੂੰ ਕਿੱਡਾ ਹੀ ਰਾਜਾ ਬਣ ਜਾਏ, ਤੈਨੂੰ ਕਦੇ ਦੁੱਖ ਨਹੀਂ ਦਊਗੀ ਮਾਇਆ। ਤੇ ਜੇ ਪਾਪਾਂ ਦੇ ਨਾਲ ਇਕੱਠੀ ਕਰੀ, ਧੋਖਾ ਦੇ ਕੇ ਇਕੱਠੀ ਕਰੀ, ਕਿਸੇ ਗਰੀਬ ਦੇ ਪੈਸੇ ਦੱਬ ਕੇ ਇਕੱਠੀ ਕਰੀ ਮਾਇਆ, ਉਹ ਹਮੇਸ਼ਾ ਹੀ ਦੁੱਖ ਦਊ। ਕਦੇ ਬਿਮਾਰੀਆਂ ਪੈਦਾ ਕਰ ਦੂ, ਕਦੇ ਸੰਸਾਰੀ ਝਗੜੇ ਪੈਦਾ ਕਰ ਦੂ, ਕਦੇ ਬੱਚੇ ਵਿਗੜ ਜਾਣਗੇ, ਪਤਾ ਨਹੀਂ ਕਿੱਧਰ ਕਿੱਧਰ ਨੂੰ ਜਾਣਾ ਪੈ ਜਾਊਗਾ।
इस करके धर्म की कमाई करनी चाहिए है। ज्ञान होया कहता मेरे दोने हथ बाहर कढ़ दिओ। कहण तो भाव है गुरु नानक पातशाह जी ने किसी को ज्ञान दिता है, ते जिथे करामात की जरूरत हुई उत्थे करामात भी दिखाती। बड़े बड़े पापियां नूं भी जिथे धर्मां दे रौले पाई बैठे सी, गुजरात दे विच ना, गुजरात दे विच जदों नर्मदा जी की परिक्रमा करते हैं, नर्मदा मैया एक मध्य प्रदेश तो चलती है, वो 3 स्टेटां दे विच जांदी है। 4000 किलोमीटर का उहदा सफ़र है। ते प्यारे उहदी परिक्रमा करते ने महात्मा लोग, उहदे किनारे बड़े बड़े सिद्ध जोगी रहिंदे ने। दास नूं भी 20 साल पहला जाण दा समा मिलिया सी। उहदे आले दाले बड़े बड़े जोगी सिद्ध जोगी रहिंदे ने। मैं देखिया उहदे किनारे किनारे जिन्ने मेन स्थान बने ने सारी जगह गुरु नानक पातशाह गए ने, कोई भरम नहीं सी उन्हां दे अंदर। ते अगे जाके ना जिथों समुंदर हुंदा है उत्थे जदों पार करते हैं उत्थे किश्ती राही परले पासे पार होना पैंदा है, उत्थे मर्यादा सी ये। ते उत्थे किश्ती लगी सी, वो शहर मुसलमानां दा बरूच शहर है, उत्थे बरूच शहर। अंकलेश्वर एक पासे अंकलेश्वर है, एक पासे बरूच है। ते उत्थे किश्ती लगी हुई है। जिहड़े महात्मा जंगल दे विच दी वो नदी के किनारे किनारे परिक्रमा करते सी, उत्थे दी ये धारण है ते सत भी है। कहंदे जिहड़ा वो सही मर्यादा दे विच परिक्रमा करे आउंदा वो सिद्ध बन जांदा है। 3 साल 3 महीने 13 दिन लगते ने परिक्रमा करन नूं मर्यादा दे विच। बड़े बड़े संत पुरातन समय दे विच परिक्रमा करन जांदे सी। ते प्यारिओ जदों उत्थे साधु महात्मा आउंदे रास्ते दे विच भील रहिंदे ने, जंगली लोग रहिंदे ने, वो जे कोई संत कोले कुछ हुंदा है उहदे कपड़े तक लहा लैंदे ने। कल्ली लंगोड़ च भी साधु रह जांदे ने। ते जदों तुरे तुरे आउंदे वो अंकलेश्वर वाली साइड आउंदे ने, समुंदर वाले पासे आउंदे ने, इधरली साइड परले पासे जाना है। हुण वो नदी क्रॉस नहीं करनी हुंदी, वो समुंदर दे विच दी ऐ घुम के क्रॉस करनी हुंदी है, उहदी मर्यादा है। ते उत्थे बहुत सारे महात्मा ने। ते जिहड़ी वो किश्ती है वो किसी मुसलमान दी लाई हुई है, मुसलमान दी। हुण महात्मा कहंदे पार होना है, वो कहंदे भी सानू किराया दो, सानू पार कर दिंने आ। बिना किराए तो बस वाला भी नहीं जाणदा, अज दा भी समा इदां दा। किराया दो असी पार हो कर दिंने आ सानू। वो मुसलमान ने, क्योंकि हिंदुआं ते मुसलमानां दा टकरा रहा है। अजकल तो खासे पंथ हो गए, होर टकरा वध गया। कहंदे पार कर दिंने आ, पैसे दो, पर पैसे है नहीं। उत्थे साधुआं दी जमात जमा हो गई। इत्थों घुमदे घुमदे जगत जलंदे नूं तारदे गुरु नानक पातशाह आ गए। ते किश्ती वाले नूं कहण लगे भाई साधु ने पार लंघा दे, इन्हां नूं परले पासे पुन्न हुंदा है। ये साधु ने बंदगी करते ने, भजन करते ने। तां ओह मुसलमान जिहड़े नौका वाले ने, किश्ती वाले ने, कहंदे जे फकीर ने आपदी सख्ती दे नाल लंघ जाना, नहीं फिर पैसे देण ते पार कर दिंने आ। गुरु नानक पातशाह कहंदे फकीरां नूं अजमाई दा नहीं हुंदा, फकीरां दी कदे परख नहीं करींदी हुंदी, फकीरां दी सेवा करींदी है। पर उन्हां दे विच कट्टड़ता। वो कहंदे नहीं नहीं। गुरु नानक पातशाह कहंदे चंगा फिर भाई। गुरु नानक पातशाह ने आए ना उपर चादर लई हुई सी अपने कपड़ा, अगे महात्मा उपर ना चादर ही लैंदे सी ज़्यादा। वो चादर काफ़ी वड्डी सी। वो ना आए वो समुंदर के उपर नदी के उपर आए बसाती। महात्मा नूं नाल मरदाने नूं 5-4 नूं कहंदे बैठो भाई इहदे उपर। किश्ती बनाती चादर बसा के, चादर नहीं डुबदी, उपर बिठा ले महात्मा। वो सारे लोग देखते रह गए। अज उत्थे चादर सब गुरुद्वारा बनिया होया है, दास जाके आए। ते जदों उन्होंने देखिया भी ये तो आला फकीर ने, ये तो सातों गलती हो गई, क्योंकि फकीरां दे अगे तो फिर सब झुक जाते हैं ना। ते सारे इलाके च रौला पै गया। एक फकीर है जिन्हें चादर वसाई, उहदे नाल महात्मा बह गए, सारे लोग आ गए। इत्थे तक कि उत्थे दा राजा भी आ गया। राजा आके कहन लग्या कि साडे कोलों गलती हो गई, सानू माफ़ कर दिओ। गुरु नानक पातशाह कहन लगे भाई जिहड़ी ये गलती करी है बहुत वड्डी है, फकीरां दा सत्कार करना चाहिए, सानू सेवा दसो। कहंदे ऐं करो, कहंदे एक किश्ती ला दिओ, इत्थे कोई फकीर आउंदा फ्री लंघे।
ਕਹਿੰਦੇ ਹੋਰ ਹੁਕਮ ਕਰੋ। ਕਹਿੰਦੇ ਇੱਥੇ ਇੱਕ ਧਰਮਸ਼ਾਲਾ ਬਣਾ ਦਿਓ, ਕੋਈ ਫਕੀਰ ਆਉਂਦਾ ਉਹ ਭੋਜਨ ਛਕੇ ਤੇ ਭੋਜਨ ਛਕ ਕੇ ਅੱਗੇ ਆਪਣੀ ਪਰਿਕਰਮਾ ਕਰੇ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਐਸੀ ਐਸੀ ਲੀਲਾ ਕਰੀ ਹੈ ਪਿਆਰਿਓ। ਅੱਜ ਉਹੀ ਪੰਥ ਦੇ ਵਿੱਚ, ਉਹੀ ਰਸਤੇ ਦੇ ਉੱਪਰ, ਉਸੇ ਗੱਦੀ ਦੇ ਆਧਾਰ ਤੇ, ਉਹੀ ਸੰਪਰਦਾਵਾਂ ਦੇ ਆਧਾਰ ਤੇ ਪਿਆਰਿਓ, ਉਹਦੇ ਵਿੱਚ ਹੀ ਬਾਬਾ ਗੁਰਦਿੱਤਾ ਜੀ ਹੋਏ ਨੇ, ਗੁਰੂਆਂ ਦੇ ਪੁੱਤਰ ਹੋਏ ਨੇ। ਸ੍ਰੀ ਚੰਦਰ ਭਗਵਾਨ ਜੀ ਮਹਾਰਾਜ ਨੇ ਉਹਨਾਂ ਨੂੰ ਵਰ ਦਿੱਤੇ ਤੇ ਅੱਜ ਉਹਨਾਂ ਦਾ ਹੀ ਆਪਾਂ, ਉਹਨਾਂ ਦੀ ਉਪਲਕਸ਼ ਦੇ ਵਿੱਚ ਸਾਰੀ ਅੱਜ ਜੁੜ ਕੇ ਬੈਠੇ ਆ। ਇਹ ਜਿੰਨਾ ਵੀ ਹਕਲਾ ਪਰਿਵਾਰ ਹੈ, ਸਾਰੇ ਘਰਾਂ ਨੇ ਰਲ ਮਿਲ ਕੇ ਸਤਿਗੁਰਾਂ ਦੀ ਬਾਣੀ ਦੇ ਪਾਠ ਕਰਵਾਏ ਨੇ, ਹਰੀ ਜਸ ਕਰਵਾਏ ਆ। ਇਹ ਭਾਗਾਂ ਦੀ ਨਿਸ਼ਾਨੀ ਹੈ। ਬੜੇ ਪ੍ਰੇਮ ਦੇ ਨਾਲ ਇਹ ਸਮਾਗਮ ਕਰਦੇ ਨੇ। ਸਤਿਗੁਰੂ ਜੀ ਇਸੇ ਤਰ੍ਹਾਂ ਕਿਰਪਾ ਕਰਦੇ ਰਹਿਣ। ਭਾਈ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਧਰਮ ਦੇ ਨਾਲ ਜੋੜੋ, ਗਿਆਨ ਦੇ ਨਾਲ ਜੋੜੋ। ਘਰ ਘਰ ਦੇ ਵਿੱਚ ਸਤਸੰਗ ਕਰਾਓ, ਘਰ ਘਰ ਦੇ ਵਿੱਚ ਬਾਣੀ ਦੇ ਪਾਠ ਕਰਾਓ, ਘਰ ਘਰ ਦੇ ਵਿੱਚ ਆਰਤੀ ਕਰਵਾਓ, ਤਾਂ ਜੋ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਸੰਸਕਾਰ ਪੈ ਜਾਣ। ਸਮਾਂ ਬੜਾ ਭਿਆਨਕ ਆ ਰਿਹਾ ਹੈ। ਤੁਸੀਂ ਦੇਖ ਲਓ, ਪਹਿਲਾਂ ਤਾਂ ਇੱਕ ਇੱਕ ਬੱਚਾ ਸਭ ਦੇ, ਇੱਕ ਇੱਕ ਬੱਚਾ, 2 ਕਿਸੇ ਦੇ ਨੇ, 3 ਕਿਸੇ ਦੇ ਨੇ, 4 ਤਾਂ ਕਿਸੇ ਦੇ ਹੀ ਹੋਣਗੇ, ਇੱਕ ਇੱਕ ਹੀ ਹੈ। ਤੇ ਉਹਦੇ ਉੱਤੇ ਪੜ੍ਹਾਈ ਦਾ ਲੋਡ ਵੀ ਇੰਨਾ ਪਾਤਾ। ਤੇ ਪਿਆਰਿਓ, ਧਰਮ ਦੇ ਨਾਲੋਂ ਟੁੱਟਦੇ ਜਾ ਰਹੇ ਹੈ। ਤੇ ਅੱਗੇ ਕੀ ਹੋਣਾ ਹੈ? ਗਾਹਾਂ ਨਸ਼ਿਆਂ ਦੀ ਲਹਿਰ ਦੌਰ ਚੱਲ ਰਿਹਾ ਹੈ। ਆਹ ਦੇਖ ਲਓ, ਚਿੱਟੇ ਦੀ ਲਹਿਰ ਚੱਲ ਰਹੀ ਹੈ। ਮੈਂ ਇੱਕ ਬੇਨਤੀ ਕਰਦਾ ਹੁੰਨਾ, ਜੇ ਬੱਚਾ ਘੱਟ ਪੜ੍ਹ ਲੂ ਕੋਈ ਗੱਲ ਨਹੀਂ, ਪਰ ਧਰਮ ਦੇ ਨਾਲੋਂ ਨਾ ਟੁੱਟਣ ਦਿਓ। ਜਦੋਂ ਤੁਹਾਨੂੰ ਵੇਲ ਮਿਲਦਾ, ਗੁਰੂ ਘਰ ਜਾਓ, ਬੱਚਿਆਂ ਨੂੰ ਨਾਲ ਲੈ ਕੇ ਜਾਓ, ਮੰਦਰ ਜਾਓ, ਮਸਜਿਦ ਜਾਓ, ਗੁਰਦੁਆਰੇ ਜਾਓ, ਕੁਟੀਆ ਜਾਓ, ਜਿੱਥੇ ਵੀ ਧਾਰਮਿਕ ਸਥਾਨ ਹੈ ਉੱਥੇ ਜਾਓ। ਕਿਸੇ ਸਾਧੂ ਮਹਾਤਮਾ ਦੀ ਸੰਗਤ ਕਰਦੇ ਰਹੋ, ਤਾਂ ਜੋ ਸਾਨੂੰ ਗਿਆਨ ਬਣਿਆ ਰਹੇ, ਸਾਡਾ ਜੀਵਨ ਬਣ ਜਾਵੇ। ਆਪਣੇ ਬੱਚਿਆਂ ਨੂੰ ਧਰਮੀ ਬਣਾਓ, ਤਾਂ ਜੋ ਜੀਵਨ ਸਫਲ ਹੋ ਜਾਵੇ। ਰਹੋ ਵਿਚਾਰ ਇਤਨੀ ਕ ਹਾਜ਼ਰੀ ਪ੍ਰਵਾਨ ਕਰਨੀ, ਕਿਉਂਕਿ ਉਹ ਪ੍ਰਮਾਤਮਾ ਦੀ, ਉਹ ਪ੍ਰਮਾਤਮਾ ਦੇ ਬਖਸ਼ੇ ਹੋਏ ਗੁਰੂਆਂ ਪੀਰਾਂ ਦੀ, ਸਾਧੂਆਂ ਦੀ ਜਿਹੜੀ ਮਹਿਮਾ ਉਹ ਬੜੀ ਨਿਰਾਲੀ ਹੈ। ਜੀਭਾ ਏਕ ਕਵਣ ਗੁਣ ਕਹੀ ਹੈ, ਬੇਸਮਾਰ ਬੇਅੰਤ ਸੁਆਮੀ ਤੇਰਾ ਅੰਤ ਨ ਕਿਨਹੀ ਨਹੀਂ ਹੈ। ਉਹਦੀ ਲੀਲਾ ਨੂੰ ਜਾਣ ਨਹੀਂ ਸਕਦੇ। ਜੀਭਾ ਏਕ ਹੈ, ਉਹਦੇ ਅਨੇਕਾਂ ਹੀ ਗੁਣ ਨੇ। ਸੋ ਰਹੋ ਵਿਚਾਰ ਇਤਨੀ ਕ ਹਾਜ਼ਰੀ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਅੱਖਰ ਵੱਧ ਘੱਟ ਬੋਲਿਆ ਜਾਂਦਾ ਹੈ। ਸਾਧ ਸੰਗਤ ਬਖਸ਼ਣ ਯੋਗ ਹੈ। ਸਾਰੀ ਪ੍ਰੇਮ ਦੇ ਨਾਲ ਕੋਈ ਮਹਾਂਪੁਰਖ ਦੀ ਸੰਗਤ ਮਿਲਦੀ ਹੈ, ਸੰਗਤ ਕਰੋ, ਸਤਸੰਗ ਕਰੋ, ਹਰੀ ਜਸ ਗਾਓ, ਹਰੀ ਜਸ ਸੁਣੋ, ਆਪਣੇ ਜੀਵਨ ਨੂੰ ਸਫਲ ਬਣਾਓ। ਆਓ ਇੱਕ ਧਾਰਨਾ ਪੜ੍ਹ ਕੇ ਪਰਮੇਸ਼ਰ ਨੂੰ ਇਹ ਬੇਨਤੀ ਕਰਨੀ ਹੈ, ਪ੍ਰਭੂ ਸੱਚੇ ਪਾਤਸ਼ਾਹ, ਸਾਨੂੰ ਉਹਨਾਂ ਗੁਰਸਿੱਖਾਂ ਦੇ, ਉਹਨਾਂ ਮਹਾਤਮਾ ਦੇ, ਫਕੀਰਾਂ ਦੇ, ਗੁਰੂਆਂ ਦੇ ਦਰਸ਼ਨ ਕਰਾ, ਜਿਨ੍ਹਾਂ ਦੇ ਮਿਲਣ ਦੇ ਨਾਲ ਮੇਰੀ ਖੋਟੀ ਮਤ ਦੂਰ ਹੋ ਜਾਵੇ। ਮੇਰੇ ਅੰਦਰ ਜਿਹੜੇ ਪਾਪ ਭਰੇ ਪਏ ਨੇ, ਜਿਹੜਾ ਮੈਂ ਸਵਾਰਥਵਾਦੀ ਹੋਇਆ, ਸਿਰਫ ਇਹੀ ਹੈ ਮੇਰਾ ਪੇਟ ਭਰ ਜੇ, ਭਾਵੇਂ ਦੁਨੀਆ ਭੁੱਖੀ ਮਰ ਜਾਵੇ। ਜਿਹੜੀ ਮੇਰੀ ਐਸੀ ਪਾਪਾਕਾਰ ਬਿਰਤੀ ਹੈ, ਜਿਵੇਂ ਕੌਰੂ ਬਾਦਸ਼ਾਹ ਦੀ, ਅਸੀਂ ਵੀ ਕੌਰੂ ਬਾਦਸ਼ਾਹ ਹੀ ਬਣੇ ਪਏ ਹਾਂ, ਕੋਈ ਘੱਟ ਨਹੀਂ ਹੈ। ਐਸੀ ਜਿਹੜੀ ਮੇਰੀ ਬਿਰਤੀ ਹੈ, ਦਿਨੋਂ ਦਿਨ ਬਦਲਦੀ ਜਾ ਰਹੀ ਹੈ, ਪਾਪਾਂ ਦੇ ਵੱਲ ਨੂੰ ਜਾ ਰਹੀ ਹੈ, ਇਹ ਖੋਟੀ ਮਤ ਮੇਰੀ ਦੂਰ ਹੋ ਜਾਵੇ। ਜਿਨ ਮਿਲਤੇ ਸੁਖ ਉਪਜੈ, ਮੇਟੇ ਕੋਟ ਪਾਦ, ਭਵਨ ਚਤਰ ਦਾ ਢੂੰਡੀਏ, ਪਰਮ ਸਨੇਹੀ ਸਾਧ। ਉਹ ਰੱਬ ਦੇ ਪਿਆਰਿਆਂ ਦੀ, ਉਹ ਗੁਰਮੁਖਾਂ ਦੀ, ਉਹ ਗੁਰੂ ਦੇ ਬਖਸ਼ੇ ਹੋਇਆਂ ਦੀ, ਗੁਰਸਿੱਖਾਂ ਦੀ ਮੈਨੂੰ ਸੰਗਤ ਕਰਾ। ਮੇਰੇ ਸਿਰ ਤੋਂ ਜਿਹੜੀ ਪਾਪਾਂ ਦੀ ਪੰਡ ਹੈ ਉਹ ਲੈ ਜਾਵੇ। ਆਓ ਇੱਕ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ। ਇਤਨੀ ਕ ਹਾਜ਼ਰੀ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਅੱਖਰ ਵੱਧ ਘੱਟ ਬੋਲਿਆ ਜਾਂਦਾ ਹੈ। ਸਾਧ ਸੰਗਤ ਗੁਰਬਾਣੀ ਸਤਿਪੁਰਖ ਬਖਸ਼ਣ ਯੋਗ ਨੇ, ਕਿਉਂਕਿ ਸਾਰਿਆਂ ਦੀ ਆਪੋ ਆਪਣੀ ਮੱਤ ਹੈ। ਕਿਸੇ ਨੂੰ ਕੋਈ ਗੱਲ ਨਹੀਂ ਚੰਗੀ ਲੱਗਦੀ। ਜਿੱਥੇ ਬੰਦਾ ਖੜਾ ਹੁੰਦਾ ਉਹਨੂੰ ਐਂ ਲੱਗਦਾ ਹੁੰਦਾ ਮੈਂ ਚੰਗਾ, ਇਹ ਤਾਂ ਐਵੇਂ ਹੀ ਨੇ। ਇਸ ਕਰਕੇ ਗੁਰੂ ਨੂੰ ਇਹੀ ਬੇਨਤੀ ਕਰਨੀ ਹੈ, ਪ੍ਰਭੂ ਸੱਚੇ ਪਾਤਸ਼ਾਹ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ। ਜਿੰਨਾ ਸਮੁੰਦਰ ਦੇ ਵਿੱਚ ਨੀਰ ਭਰਿਆ ਹੋਇਆ, ਉਨੇ ਔਗਣ ਨੇ ਮੇਰੇ ਵਿੱਚ। ਦਇਆ ਕਰੋ ਕੁਛ ਮਿਹਰ ਪਾਵੋ, ਸਾਡੇ ਤੇ ਦਇਆ ਕਰੋ, ਕੁਛ ਮਿਹਰ ਕਰੋ, ਦਇਆ ਕਰੋ ਕੁਛ ਮਿਹਰ ਪਾਵੋ। ਡੁੱਬਦੇ ਪੱਥਰ ਤਾਰੇ, ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੇ। ਤੂੰ ਕਿਰਪਾ ਕਰ, ਸਿਰ ਤੋਂ ਪਾਪਾਂ ਦੀ ਪੰਡ ਲਾ ਦੇ। ਆਓ ਇੱਕ ਧਾਰਨਾ ਪੜ੍ਹ ਕੇ ਸਮਾਪਤੀ ਕਰੀਏ।
ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ 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 ਮੇਰੇ 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 ਸਤਿਗੁਰ ਜੀ ਉਤਾਰ ਦਿਓ 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 ਮੇਰੇ ਸਤਿਗੁਰ ਜੀ ਉਤਾਰ ਦਿਓ ਮੇਰੇ ਸਤਿਗੁਰ ਜੀ ਉਤਾਰ ਦਿਓ ਸਤਿਗੁਰ ਜੀ ਉਤਾਰ ਦਿਓ ਮੇਰੇ ਸਤਿਗੁਰ ਜੀ ਉਤਾਰ ਦਿਓ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਪੰਡ ਸਿਰ ਪਾਪਾਂ ਦੀ ਭਾਰੀ ਮੇਰੇ ਸਤਿਗੁਰ ਜੀ ਉਤਾਰ ਦਿਓ ਖੱਤੇ ਬਹੁਤ ਮਾਮ ਦੇ ਅੰਤ ਨ ਪਾਰਾ ਮਾਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਬਦ ਗੁਣਗਾਰ ਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਮੁਰਿਆਈਆਂ ਵਾਚੇ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਜੈਮ ਸੱਚ ਟਿਕਾਨ ਨਾਨਕ ਦੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਜੈਮ ਸੱਚ ਟਿਕਾਨ ਨਾਨਕ ਦੇ ਮੁਖੇ ਉਜਲੇ ਕੀਤੀ ਛੁੱਟੀ ਨਾਲ ਸਾਤ ਸਾਹਿਬ ਬੋਲੋ ਸਤਿਗੁਰ ਦੇ ਮਹਾਰਾਜ ਕੀ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।